ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੈਂਡੀ ਬੰਦਸ਼ ਮੈਂ ਕੋਇ ਨਾ ਡਿਠਾ, ਤੂੰ ਨਾਨਕ ਮਨ ਭਾਣਾ ਕੋਲ ਕੁਮਹਾਈ। ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ। ਕੋਲ ਕੁਮਹਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾ। ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ। ਸੋ ਗੁਰ ਪ੍ਰਸਾਦੀ ਤਰੀਐ ਰਹਾ। ਕੋਟ ਤੀਰਥ ਮਜਨ ਇਸ਼ਨਾਨਾ, ਇਸ ਕਲਮਹਿ ਮੈਲ ਭਰੀਜੈ। ਸਾਧ ਸੰਗ ਜੋ ਹਰ ਗੁਣ ਗਾਵੈ, ਸੋ ਨਿਰਮਲ ਕਰ ਲੀਜੈ। ਵੇਦ ਕਤੇਬ ਸਿਮ੍ਰਿਤ ਸਭ ਸਾਸਤ, ਇਨ ਪੜਿਆ ਮੁਕਤ ਨਾ ਹੋਈ। ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚਹੁ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ, ਉਧਰੈ ਸੋ ਕਲਮਹਿ। ਘਟ ਘਟ ਨਾਨਕ ਮਾਂਝਾ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚਹੁ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ, ਉਧਰੈ ਸੋ ਕਲਮਹਿ। ਘਟ ਘਟ ਨਾਨਕ ਮਾਂਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਦਾਤਾਰ ਪਿਤਾ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀਆਂ ਦੀ ਅਪਾਰ ਬਖਸ਼ਿਸ਼ ਹੈ। ਅਸੀਂ ਸ਼ਾਮ ਸਮੇਂ ਗੁਰੂ ਦਰਬਾਰ ਦੀ ਆਭਾ ਨੂੰ ਮਾਣ ਰਹੇ ਹਾਂ। ਗੁਰੂ ਸ਼ਬਦ ਦਾ ਮੁਸਲਸਲ ਪ੍ਰਵਾਹ ਚੱਲ ਰਿਹਾ ਹੈ। ਸ਼ਾਮ ਦੇ ਦੀਵਾਨ ਵਿੱਚ ਹੀ ਰਹਿਰਾਸ ਸਾਹਿਬ ਦੇ ਜਾਪ ਤੋਂ ਉਪਰੰਤ ਆਪ ਕੀਰਤਨ ਦੀ ਚੌਂਕੀ ਨੂੰ
ਮਾਣ ਰਹੇ ਸੀ। ਗੁਰੂ ਕੀਰਤੀ, ਹਰੀ ਕੀਰਤੀ ਬਾਣੀ ਰਾਹੀਂ ਆਪ ਤੱਕ ਪਹੁੰਚ ਰਹੀ ਸੀ। ਹੁਣ ਸਮਾਂ ਬਣਿਆ ਜੋ ਲੜੀਵਾਰ ਗੁਰਬਾਣੀ ਵਿਆਖਿਆਨ ਹੁੰਦਾ ਹੈ, ਉਹਦੇ ਨਾਲ ਅਸੀਂ ਸਾਂਝ ਪਾਈਏ। ਇਸ ਗੋਚਰੇ ਅਗਲੇਰਾ ਸ਼ਬਦ ਆਪਨੇ ਸਰਵਨ ਕਰ ਲਿਆ ਹੈ। ਗੁਰੂ ਅਰਜਨ ਸਾਹਿਬ ਵੀ ਇਸ ਪਾਵਨ ਬਚਨ ਨੂੰ ਉਚਰਿਤ ਕਰ ਰਹੇ ਨੇ। ਸੂਹੀ ਰਾਗ ਦੀ ਇਹ ਰਚਨਾ ਹੈ ਜੋ ਕਿ ਰਾਗ ਚੱਲ ਰਿਹਾ ਹੈ। ਯਕੇ ਬਾਦ ਦੀਗਰੇ ਅਸੀਂ ਜਿਵੇਂ ਸ਼ਬਦਾਂ ਨੂੰ ਵਿਚਾਰ ਰਹੇ ਹਾਂ ਇੱਕ ਕੰਟੀਨਮ ਦੇ ਵਿੱਚ, ਤੇ ਜਿਸ ਤਰੀਕੇ ਦੇ ਨਾਲ ਇਹ ਪਾਵਨ ਪੰਨਿਆਂ ਦੇ ਉੱਤੇ ਪੋਜੀਸ਼ਨ ਹੈ ਇਸ ਸ਼ਬਦ ਦੀ, ਅਕਸਰ ਹੁਕਮਨਾਮੇ ਦੇ ਰੂਪ ਵਿੱਚ ਵੀ ਆਉਂਦਾ ਹੈ। ਕਿਉਂਕਿ ਜਦੋਂ ਅਸੀਂ ਹੁਕਮਨਾਮਾ ਲੈਂਦੇ ਹਾਂ ਤੇ ਖੱਬੇ ਪਾਸਿਓਂ ਉੱਪਰੋਂ ਤੇ ਸੱਜੇ ਪਾਸਿਓਂ ਥੱਲਿਓਂ ਤੇ ਬਿਲਕੁਲ ਇਹਦੀ ਉਸ ਪੋਜੀਸ਼ਨ ਵਿੱਚ ਹੈ। ਖੈਰ, ਵਿਚਾਰ ਦਾ ਆਗਾਜ਼ ਕਰੀਏ ਮੁੱਖ ਸੁਨੇਹੇ ਤੋਂ। ਗੁਰਦੇਵ ਜ਼ਿਕਰ ਕਰ ਰਹੇ ਨੇ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ ਰਹਾਓ। ਜੋ ਬੀਤੇ ਕੱਲ੍ਹ ਅਸੀਂ ਬਚਨ ਵਿਚਾਰ ਰਹੇ ਸੀਗੇ, ਇਸ ਤੋਂ ਪਹਿਲੇ ਵਾਲਾ, ਜਿਹਦੇ 'ਚ ਸਾਹਿਬ ਮਹਾਰਾਜ ਕਹਿ ਰਹੇ ਸੀ, ਵਿਸਰੈ ਨਾਹੀਂ ਜਿੱਤੋਂ ਕਭੂ ਸੋ ਥਾਨ ਤੇਰਾ ਕਿਹਾ। ਐਗਜ਼ੈਕਟਲੀ ਉਸੇ ਹੀ ਲੜੀ ਦੇ ਵਿੱਚ, ਉਸ ਰਿਫਲੈਕਸ਼ਨ ਦੇ ਨਾਲ ਹੀ ਸ਼ਬਦ ਆ ਰਿਹਾ ਹੈ। ਇਹਦੇ ਅੰਦਰ ਜਿਵੇਂ ਅਕਸਰ ਗੱਲ ਹੋਈ ਹੈ ਕਿ ਗੁਰਬਾਣੀ ਦਾ ਜਿਹੜਾ ਮੈਸੇਜ ਹੈ ਮਲਟੀ ਡਾਈਮੈਂਸ਼ਨਲ ਆ। ਇਹਦੀਆਂ ਕਈ ਪਰਤਾਂ ਬਣਦੀਆਂ ਨੇ, ਲੇਅਰ ਬਾਏ ਲੇਅਰ, ਜਿਸੀ ਕਿਉਂਕਿ ਇਤਨਾ ਵਾਸਟ ਗੁਰੂ ਬਾਬਾ ਜੀ ਦਾ ਮੈਸੇਜ ਆ। ਹੁਣ ਇਹਦੇ ਵਿੱਚੋਂ ਜੇ ਅਸੀਂ ਸ਼ੁਰੂਆਤ 'ਚ ਹੀ ਲਈਏ, ਜਿਵੇਂ ਪਹਿਲਾ ਹੀ ਜਿਹੜਾ ਵਰਡ ਗੁਰੂ ਬਾਬਾ ਜੀ ਨੇ ਲਿਖਿਆ ਹੈ ਐਡਰੈਸ ਕਰਦਿਆਂ ਹੋਇਆਂ, ਸੰਤੋ ਸਾਗਰ ਪਾਰ ਉਤਰੀਐ, ਸਾਨੂੰ ਆਮ ਲੋਕਾਂ ਨੂੰ ਐਡਰੈਸ ਕੀਤਾ। ਤੇ ਉਹਦੇ ਵਿੱਚ ਜਿਹਨੂੰ ਅੱਜ ਦੀ ਜ਼ਬਾਨ ਵਿੱਚ ਅਸੀਂ ਕਹਿੰਦੇ ਹਾਂ ਕਿ ਕਿਸੇ ਨੂੰ ਤੁਸੀਂ ਜਦੋਂ ਬੁਲਾਉਂਦੇ ਹੋ, ਉਹਦੇ ਵਿੱਚ ਹੀ ਸਨੇਹ ਹੋਏ, ਉਹਦੇ ਵਿੱਚ ਹੀ ਅਪਣਤ ਹੋਏ, ਉਹਦੇ ਵਿੱਚ ਹੀ ਸਾਰੀ ਸ਼ਕਤੀ ਪਈ ਹੈ। ਸਿੰਪਲ ਬਾਤ ਕਰਦਾ, ਘਰ 'ਚ ਬੱਚਾ ਆ, ਤੁਸੀਂ ਉਹਨੂੰ ਆਵਾਜ਼ ਦਿੰਦੇ ਹੋ ਅਤੇ ਉਹਦੀ ਜਿਹੜੀ ਤੁਹਾਡੀ ਆਵਾਜ਼ ਦੇਣ ਦੀ ਸ਼ਕਤੀ ਹੈ, ਉਹਦੀ ਪਰਸਨੈਲਿਟੀ ਨੂੰ ਬਣਾਉਂਦੀ ਹੈ। ਉਹਦਾ ਪਰਸੋਨਾ, ਉਹਦੀ ਜਿਹੜੀ ਆਈਡੈਂਟਿਟੀ ਹੈ, ਉੱਥੋਂ ਤੈਅ ਹੁੰਦੀ ਹੈ। ਜੇ ਤੁਸੀਂ ਉਸਦੀ ਆਪਣੀ ਆਵਾਜ਼ ਵਿੱਚ ਉਹਨੂੰ ਛੁਟਿਆ ਦਿਓਗੇ, ਉਹਨੂੰ ਨਕਾਰ ਦਿਓਗੇ, ਉਹਨੂੰ ਬਿਲਕੁਲ ਨੈਗੇਟਿਵ ਅਪਰੋਚ ਲੈ ਕੇ ਜਾਓਗੇ, ਪੋਜ਼ੀਟਿਵ ਕਿਵੇਂ ਦੇਖੇਗਾ ਜਦੋਂ ਤੁਸੀਂ ਨਹੀਂ ਦੇਖ ਰਹੇ ਉਹਦੇ ਵਿੱਚ ਉਹਨੂੰ? ਤੇ ਉੱਤੇ ਤੁਸੀਂ ਤਾਂ ਇੱਕ ਸ਼ੀਸ਼ੇ ਦੀ ਨਹੀਂ ਆਈ ਹੋ ਨਾ। ਇਫ ਯੂ ਐਕਚੁਅਲੀ ਉਹਦੇ ਕੇਅਰ ਟੇਕਰਸ ਜਿਹੜੇ ਨੇ, ਪੇਰੈਂਟਸ ਜਿਹੜੇ ਨੇ, ਉਹੀ ਇਹ ਮੰਨ ਚੁੱਕੇ ਨੇ ਹੀ ਇਜ਼ ਨਥਿੰਗ ਔਰ ਸ਼ੀ ਇਜ਼ ਨਥਿੰਗ, ਵੈਨ ਉਨ ਕਿੱਥੇ ਜਾਏਗੀ ਬਾਤ? ਅੱਜ ਕਿਹਾ ਜਾਂਦਾ ਹੈ ਵੀ ਵੈਨ ਵੀ ਐਡਰੈਸ ਸਮਵਨ ਵੀ ਹੈਵ ਟੂ ਗਿਵ ਸਮ ਕਾਈਂਡ ਆਫ ਇੰਪਾਵਰਮੈਂਟ। ਅਗਲੇ ਨੂੰ ਇਹੋ ਜਿਹੇ ਲਫ਼ਜ਼ਾਂ ਨਾਲ ਸੰਬੋਧਨ ਕਰੋ, ਉਹ ਜੇ ਕੋਈ ਨਹੀਂ ਵੀ ਕੰਮ ਕਰਨਾ ਚਾਹੁੰਦਾ, ਨਹੀਂ ਵੀ ਚੰਗਾ ਬਣਨਾ ਚਾਹੁੰਦਾ, ਬਣ ਜਾਏ। ਕਿਉਂ? ਕਿਉਂਕਿ ਉਹਨੂੰ ਨਾਂ ਹੀ ਇਹ ਦੇ ਦਿੱਤਾ ਗਿਆ, ਉਹਨੂੰ ਦੱਸਿਆ ਹੀ ਗਿਆ। ਤੇ ਇਹਦੇ ਸਾਰੇ ਸ਼ਬਦ 'ਚ ਹਿਪੋਕ੍ਰੇਸੀ ਦੀ ਵੀ ਗੱਲ ਹੋਏਗੀ। ਹਿਪੋਕ੍ਰੇਟ ਹੋ ਕੇ ਨਹੀਂ ਹੁੰਦਾ ਹੈ ਵੀ ਸਮਥਿੰਗ ਐਲਸ ਇਜ਼ ਗੋਇੰਗ ਔਨ ਇਨ ਮਾਈ ਮਾਈਂਡ ਐਂਡ ਆਈ ਐਮ ਟਰਾਈਂਗ ਟੂ ਸੇ ਸਮਥਿੰਗ ਐਲਸ ਫਰੋਮ ਮਾਈ ਮਾਊਥ। ਨੋ, ਦੈਟ ਇਜ਼ ਮਿਸਮੈਚ। ਤੇ ਅਕਸਰ ਜੋ ਬੰਦੇ ਦੇ ਅੰਦਰ ਪਿਆ ਆ ਉਹ ਪੜ੍ਹਿਆ ਜਾਂਦਾ, ਇਹ ਬਲਕਿ ਹੋਰ ਵਰਸ ਹੋ ਜਾਂਦਾ। ਮੈਂ ਆਵਾਜ਼ਾਂ ਤੇ ਦੇ ਰਿਹਾ ਪਿਆਰੀਆਂ, ਸਨੇਹ ਵਾਲੀਆਂ, ਪਰ ਮੇਰੇ ਅੰਦਰ ਉਹ ਚੀਜ਼ ਨਹੀਂ ਹੈ। ਨੋ ਨੋ ਨੋ, ਦੈਟ ਇਜ਼ ਐਕਚੁਅਲੀ ਇਹ ਜ਼ਿਆਦਾ ਡੇਂਜਰਸ ਸਿਚੁਏਸ਼ਨ ਹੈ। ਸੋ ਗੁਰੂ ਬਾਬਾ ਜੀ ਸਾਨੂੰ ਮਲਟੀਪਲ ਲੇਅਰ ਦੇ ਨਾਲ ਚੀਜ਼ਾਂ ਦੱਸ ਰਹੇ ਨੇ। ਅਸੀਂ ਚਾਹੁੰਦੇ ਹਾਂ ਸਾਡਾ ਆਰ ਪਰਿਵਾਰ ਉਹਦੇ 'ਚ ਸੁਧਾਰ ਹੋਏ, ਸਾਡੇ 'ਚ ਸੁਧਾਰ ਹੋਏ। ਆਪਣੇ ਆਪ ਨੂੰ ਵੀ, ਬੰਦੇ ਨੂੰ ਆਪਣੇ ਆਪ ਨੂੰ ਵੀ ਜਦੋਂ ਐਡਰੈਸ ਕਰਨਾ, ਕਿਵੇਂ ਐਡਰੈਸ ਕਰੇਗਾ ਤੂੰ? ਬੰਦਾ ਚਲੋ ਕਿਸੇ ਦੇ ਸਾਹਮਣੇ ਹੋ ਸਕਦਾ ਕੁਝ ਹਲੀਮੀ ਨਾਲ, ਨਿਮਰਤਾ ਨਾਲ ਕਹਿ ਦੇ। ਬੰਦਾ ਜਾਂ ਤਾਂ ਹੰਕਾਰ ਦੀ ਟੀਸੀ ਵਿੱਚ ਇਗੋਟਿਸਟ ਹੋ ਕੇ ਅਹੰਗ ਭਾਵ ਦੇ ਵਿੱਚ ਵੀ ਮੈਂ ਹੀ ਮੈਂ ਹਾਂ, ਹੋਰ ਕੋਈ ਨਹੀਂ ਹੈਗਾ, ਇਸ ਲੈਵਲ 'ਤੇ ਆ ਜਾਂਦਾ ਹੈ। ਜਾਂ ਫਿਰ ਵਰਸ ਸਿਨੈਰੀਓ 'ਚ ਇਹ ਹੁੰਦਾ ਹੈ ਕਿ ਉਹ ਆਪਣੇ ਅੰਦਰ ਦੀ ਜਿਹੜੀ ਇਨਫੀਰੀਅਰਟੀ ਹੈਗੀ ਹੈ ਉਹਨੂੰ ਕੰਟਰੋਲ ਨਹੀਂ ਕਰ ਪਾਉਂਦਾ। ਉਸ ਇਨਫੀਰੀਅਰ ਉਸ ਬਿਰਤੀ ਦੇ ਵਿੱਚ, ਉਸ ਟੈਂਡੈਂਸੀ ਦੇ ਵਿੱਚ ਆਪਣੇ ਆਪ ਨੂੰ ਲਗਾਤਾਰ ਅੰਦਰੋਂ ਹੀ ਨੀਵਾਂ ਵਿਖਾਈ ਜਾਂਦਾ ਹੈ।
ਐਕਚੁਅਲੀ ਬਾਣੀ ਕਹਿੰਦੀ ਹੈ ਤੂੰ ਰੱਬ ਦੀ ਜੋਤ ਹੈ। ਲਿਟਰਲੀ ਇਸ ਵਾਰ ਅਸੀਂ ਕਿੰਨੀ ਵਾਰੀ ਇਹ ਸ਼ਬਦ ਪੜ੍ਹਿਆ ਹੋਣਾ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨਾ ਤੂੰ ਰੱਬ ਤੋਂ, ਰੱਬ ਦੀ ਜੋਤ ਹੈ, ਤੂੰ ਅੰਸ ਬੰਸ ਉਹਦੀ ਹੈ, ਤੂੰ ਉਸ ਕਰਤਾਰ ਦੀ ਅੰਸ ਆ। ਤੇਰੇ ਤੇ ਕੋਈ ਵਕਾਰ ਵੀ ਜ਼ੋਰ ਨਹੀਂ ਪਾ ਸਕਦਾ। ਜੇ ਤੂੰ ਇਹ ਰਿਅਲਾਈਜ਼ ਕਰ ਜਾਏ ਮੈਂ ਕੌਣ ਹਾਂ। ਤੈਨੂੰ ਕ੍ਰੋਧ ਕੀ ਤੰਗ ਕਰੇਗਾ, ਤੈਨੂੰ ਗਰੀਡ ਕੀ ਤੰਗ ਕਰੇਗਾ, ਤੈਨੂੰ ਕਿਸੇ ਕਿਸਮ ਦਾ ਈਰਖਾ ਦੁਆਹ ਕਿਵੇਂ ਮਾਰੇਗਾ, ਤੈਨੂੰ ਡਰ ਕੀ ਤੰਗ ਕਰੇਗਾ। ਤੂੰ ਤੇ ਬਾਹਰ ਆ ਜਾਏਗਾ। ਇੰਪਾਵਰਮੈਂਟ ਅੱਜ ਵੈਸਟਰਨ ਵਰਲਡ ਦੇ ਵਿੱਚ ਲੈਂਗੁਏਜਸ ਆ ਗਈਆਂ ਨੇ, ਲੋਕਾਂ ਦੇ ਕੋਲ ਇਸ ਬਾਬਤ ਬੋਲਣ ਵਾਸਤੇ ਭਾਸ਼ਾ ਆ ਗਈ ਹੈ, ਲੋਕਾਂ ਦੇ ਕੋਲ ਐਬਿਲਿਟੀ ਆ ਗਈ ਹੈ, ਲੋਕ ਇਹੋ ਜਿਹੀਆਂ ਗੱਲਾਂ ਸਮਝਾਉਂਦੇ। ਗੁਰਮਤਿ ਸਕੂਲ ਸਪਿਰਿਚੁਅਲ ਸਾਈਡ ਤੋਂ ਸੈਂਕੜੇ ਵਰੇ ਪਹਿਲਾਂ ਤੋਂ ਸਮਝਾ ਰਿਹਾ ਸਨ। ਇਹ ਸਾਰੇ ਸ਼ਬਦ ਵਿੱਚੋਂ ਤੁਸੀਂ ਧਰਮ ਲੱਭੋਗੇ, ਧਰਮ ਦੀ ਸਹੀ ਡੈਫੀਨੇਸ਼ਨ ਜਿੱਥੇ ਅੱਜ ਲੋਕ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਪਹੁੰਚ ਰਹੇ ਨੇ। ਅੱਜ ਮਲਟੀ ਫੇਥ ਦੀ ਗੱਲ ਹੋ ਰਹੀ ਹੈ, ਮਲਟੀ ਕਲਚਰਲਿਜ਼ਮ ਦੀ ਗੱਲ ਹੋ ਰਹੀ ਹੈ, ਖੱਤਰੀ ਬਾਹਮਣ ਸੂਦ ਵੈਸ ਉਪਦੇਸ਼ ਚੋਂ ਆ ਕੀ ਹੈ। ਗੁਰੂ ਬਾਬਾ ਜੀ ਕਹਿੰਦੇ ਕੋਈ ਇਹਦੀ ਧਰਮ ਦੀ ਦੁਨੀਆ 'ਚ ਕਿਸੇ ਇੱਕ ਦੀ ਮਨੋਪਲੀ ਨਹੀਂ ਹੈ। ਇਹ ਤੇ ਭਾਈ ਉਪਦੇਸ਼ ਸਭ ਵਾਸਤੇ ਮੈਂ ਇੱਥੇ ਦੇ ਰਿਹਾ, ਤੇ ਸਾਰਿਆਂ ਨੂੰ ਇਸ ਰੂਪ ਵਿੱਚ ਬਾਤ ਹੈ ਕਿ ਮਨੁੱਖ ਹੋ ਕੇ ਦੇਖੋ ਆਪਣੇ ਆਪ ਨੂੰ ਤੇ ਆਪਣੇ ਆਲੇ ਦੁਆਲੇ ਨੂੰ। ਗੁਰੂ ਅਰਜਨ ਸਾਹਿਬ ਸਾਨੂੰ ਆਮ ਜੀਆਂ ਨੂੰ, ਮਨੁੱਖਾਂ ਨੂੰ, ਇਨਸਾਨਾਂ ਨੂੰ ਐਡਰੈਸ ਕਰਦੇ ਹੋਏ, ਉਹਨਾਂ ਨੂੰ ਬਾਤ ਪਾਉਂਦੇ ਹੋਏ, ਸਿੱਖਿਆ ਦਿੰਦੇ ਹੋਏ ਬਾਤ ਕਹਿ ਰਹੇ, ਸੰਤੋ ਹੇ ਸੱਤ ਦੇ ਨਾਲ ਸਾਂਝ ਪਾਣ ਆਏ ਹੋਏ ਮਨੁੱਖੋ, ਉਹ ਰੂਹ ਹੋ ਜਿਹਨੂੰ ਅਸੀਂ ਕਹਿ ਲਈਏ ਕਿ ਅਸੀਂ ਸਾਰੇ ਉਹ ਬੀਇੰਗਸ ਹੈਗੇ ਆ ਜਿਹੜੇ ਉਸ ਇੱਕ ਬੀਇੰਗ ਦੇ ਵਿੱਚੋਂ, ਜਿਹੜੇ ਉਸ ਹਸਤੀ ਦੇ ਵਿੱਚੋਂ ਆਮਦ ਲੈ ਰਹੇ ਆ। ਸੋ ਦੀ ਬਾਤ ਹੋਈ ਸੰਤੋ ਸਾਗਰ ਪਾਰ ਉਤਰੀ ਹੈ। ਸਾਗਰ ਕਿਆ ਗਿਆ? ਸੰਸਾਰ ਨੂੰ। ਇਹ ਸਾਗਰ ਇਤਨਾ ਗਹਿਰਾ ਤੇ ਇਤਨਾ ਜ਼ੋਰਾਵਰ ਆ, ਬੰਦਾ ਚਾਹ ਕੇ ਵੀ ਬਚ ਨਹੀਂ ਸਕਦਾ। ਆਪ ਦੇਖੋਗੇ, ਤੁਸੀਂ ਸਵੇਰੇ ਉੱਠੇ, ਤੁਸੀਂ ਧਾਰਨ ਕੀਤਾ ਅੱਜ ਨਾ ਕਿਸੇ ਨਾਲ ਗਲਤ ਨਹੀਂ ਬੋਲਣਾ, ਬਿਲਕੁਲ ਆਪਣੇ ਅੰਦਰ ਦਾ ਖਿਆਲ ਰੱਖਣਾ ਹੈ, ਕੋਈ ਐਸੀ ਗੱਲ ਨਹੀਂ, ਆਪਣੇ ਕੰਮ ਨਾਲ ਕੰਮ ਰੱਖਣਾ ਹੈਗਾ। ਘੰਟੇ 2 ਘੰਟੇ ਬਾਅਦ ਦੇਖਿਆ ਕਿ ਤੁਸੀਂ ਬੋਲ ਰਹੇ ਹੋ, ਲੜ ਰਹੇ ਹੋ, ਝਗੜ ਰਹੇ ਹੋ। ਕੀ ਹੋਇਆ? ਕਿਉਂਕਿ ਕਿਸੇ ਨੇ ਜਿਹੜਾ ਹੈਗਾ ਕੋਈ ਇਸ ਤਰੀਕੇ ਨਾਲ ਬਿਹੇਵ ਕੀਤਾ ਕਿ ਤੋ ਉਸ ਅਗਰੈਸ਼ਨ ਹੀ ਆ ਗਿਆ। ਬੰਦਾ ਕਹਿੰਦਾ ਮੈਂ ਤੁਰਿਆ ਕਿਸ ਪਾਸੇ, ਪਹੁੰਚ ਕਿੱਥੇ ਗਿਆ? ਜਾਂ ਕਿਸੇ ਹੋਰ ਜਿਹੜਾ ਹੈਗਾ ਬਿਲਕੁਲ ਨਾ ਪੱਖੀ ਹਾਰ ਥੱਕ ਕੇ ਬਹਿ ਗਿਆ ਜੀ ਮੈਂ ਨਹੀਂ ਕੁਛ ਵੀ ਕਰਨਾ, ਮੈਂ ਬਿਲਕੁਲ ਜਿਹੜਾ ਹੈਗਾ ਉਸ ਤਰੀਕੇ, ਉਸ ਰੂਪ ਦੇ ਵਿੱਚ। ਇਹ ਕੀ ਹੈ? ਇਹ ਸਾਗਰ ਹੈ, ਭਵ ਸਾਗਰ। ਐਕਚੁਅਲੀ ਬਾਣੀ ਕਈ ਵਾਰੀ ਕਹਿੰਦੀ ਕਿ ਡਰ ਦਾ ਸਾਗਰ, ਪੋਸੀਬਿਲਿਟੀ ਬਣੀ ਹੈ। ਲਹਿਰਾਂ ਥਪੇੜੇ ਆਉਂਦੇ ਨੇ, ਬੰਦਾ ਉਹਨਾਂ ਦੇ ਸਾਹਮਣੇ ਘਬਰਾ ਜਾਂਦਾ, ਡਰ ਜਾਂਦਾ, ਉਹਨਾਂ ਦੇ ਹਵਾਲੇ ਕਰ ਦਿੰਦਾ ਆਪਣੇ ਆਪ ਨੂੰ। ਇਹ ਤੋਂ ਪਾਰ ਕਿਵੇਂ ਉਤਰੀਏ? ਲਹਿਰਾਂ ਤੇ ਨਹੀਂ ਰੁਕਣਗੀਆਂ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ ਨਾ ਭਗਤ ਫਰੀਦ ਜੀ ਦਾ, ਇੱਕ ਬਹੁਤ ਪੁਰਮਾਨੀ, ਬੜਾ ਫਿਲੋਸਫੀਕਲ ਸਾਈਡ ਤੋਂ ਬਹੁਤ ਗਹਿਰਾ ਬਚਨ ਆ ਕਿ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨਿਹ, ਚਲਾਂ ਤਾਂ ਭਿੱਜੈ ਕੰਬਲੀ ਰਾਹਾਂ ਤਾਂ ਟੁੱਟੈ ਨਿਹ। ਜਿਹੜਾ ਮੁਕਤੀ ਦਾ ਰਾਹ ਆ ਜੋਗੀਆਂ ਨੂੰ ਤਾਂ ਨਹੀਂ ਮਿਲਿਆ। ਦੈਟ ਇਜ਼ ਨੋਟ ਦ ਐਕਚੁਅਲੀ ਪਾਥ ਆਫ ਸੈਲਵੇਸ਼ਨ। ਨੋ ਨੋ ਨੋ। ਇਹ ਤੇ ਮੁਕਤੀ ਤੇ ਮਿਲੇਗੀ ਉਹਨੂੰ ਜਿਹੜਾ ਸੰਸਾਰ ਵਿੱਚ ਜਾਏਗਾ, ਰਹੇਗਾ, ਪਰਿਵਾਰ ਪਾਲੇਗਾ, ਕੰਮਕਾਰ ਕਰੇਗਾ, ਸੰਸਾਰ ਦੇ ਨਾਲ ਨਜਿੱਠੇਗਾ, ਕਿਉਂਕਿ ਉਨੀ ਦੇਰ ਤੱਕ ਤੇ ਮੁਕਤੀ ਨਹੀਂ। ਇੱਥੇ ਬਾਣੀ ਦਾ ਬਚਨ ਹੈ ਵਿੱਚ ਦੁਨੀਆ ਸੇਵ ਕਮਾਈ ਹੈ। ਇੱਥੇ ਸੇਵਾ ਕਰਨੀ ਹੈ, ਇਹਦੇ ਵਿੱਚ ਰਹਿਣਾ, ਜਾਣਾ ਆ। ਜਿਹੜੇ ਬੰਦੇ ਨੇ ਕਿਹਾ ਵੀ ਨਹੀਂ ਨਹੀਂ ਆਪਾਂ ਮਿਲਣਾ ਤੇ ਹੈ ਉਹਨੂੰ, ਪਰ ਰਾਹ ਦੁਨੀਆ ਵਾਲਾ ਇਹ ਨਹੀਂ ਠੀਕ ਹੈਗਾ, ਆਪਾਂ ਤੇ ਬਿਲਕੁਲ ਬਸ ਇੱਕ ਕਾਰਨਰ ਤੇ ਜਾ ਕੇ ਬੈਠ ਕੇ ਤੇ ਸਮਾਧੀ ਲਾ ਲਈ ਤੇ ਡਨ, ਠੀਕ ਹੈ ਭਾਈ, ਕੋਈ ਬਾਉਦਰੇਸ਼ਨ ਨਹੀਂ ਹੈ। ਕਿਉਂਕਿ ਪਤਾ ਤੇ ਸੰਸਾਰ ਸਾਗਰ 'ਚ ਵੜ ਕੇ ਲੱਗਣਾ ਨਾ। ਜਦੋਂ ਥਪੇੜੇ ਪੈਣੇ ਨੇ ਕ੍ਰੋਧ ਦੇ, ਵਾਸ਼ਨਾ ਦੇ, ਹੰਕਾਰ ਦੇ, ਆਲੇ ਦੁਆਲੇ ਦੁਸ਼ਮਣ ਬਿਰਤੀਆਂ ਦੇ, ਜੈਲਸ ਈਰਖਾ ਦੁਆਖ ਦੇ, ਫਿਰ ਪਤਾ ਲੱਗੇਗਾ ਤੂੰ ਕਿੱਥੇ ਸਟੈਂਡ ਕਰਦਾ। ਉੱਥੇ ਫਿਰ ਫੇਲ ਹੋ ਜਾਂਦਾ ਬੰਦਾ। ਉੱਥੇ ਤੇ ਮਾੜੀ ਜਿਹੀ ਗੱਲ ਦੇ ਵਿੱਚ ਜਿਹੜਾ ਹੈਗਾ ਉਹ ਸਾਰਾ ਮਸਲਾ ਖਰਾਬ ਹੋ ਗਿਆ। ਫਿਰ ਇੱਥੋਂ ਪਾਰ ਕਿਵੇਂ ਉਤਰਾਂਗੇ? ਫਿਰ ਬਾਹਰ ਕਿਵੇਂ ਜਾਵਾਂਗੇ? ਇਹਨੂੰ ਭਗਤ ਫਰੀਦ ਜੀ ਨੇ ਬਿਆਨ ਕੀਤਾ। ਸੂਫੀ ਸੀਗੇ ਨਾ ਬੜੇ ਕਾਲਮੀ, ਤੇ ਉਹ ਕਹਿੰਦੇ ਵੀ ਗੱਲ ਇਹ ਹੈ ਵੀ ਜਿਹੜਾ ਆ ਗਲੀਆ ਚਿੱਕੜ, ਗਲੀਆਂ ਤੇ ਚਿੱਕੜ ਨਾਲ ਭਰੀਆਂ ਪਈਆਂ ਨੇ ਤੇ ਘਰ ਵੀ ਦੂਰ ਹੈ। ਇਹ ਨਹੀਂ ਹੈਗਾ ਸਮਟਾਈਮ we get very actually hectic toward spiritual results and we were thinking we're gonna get result in actually snapshot. ਇਵੇਂ ਨਹੀਂ ਹੁੰਦਾ ਉਮਰਾਂ ਲੰਘ ਜਾਂਦੀਆਂ। ਭਗਤ ਫਰੀਦ ਜੀ ਤੇ ਆਪਣੀ ਉਮਰ ਲੰਘ ਗਈ ਸਾਰੀ। ਉਹਨਾਂ ਦੇ ਖੁਦ ਬਿਆਨ ਕੀਤਾ ਵੀ
तन सुक्का पिंजर थिया तलियां चूंडे काग अजों सो रब ना बहुड़िया देख बंदे के भाग। वो कहते उम्र हो गई बुढ़े हो गए बिल्कुल खीण हुण ते हालत ये है भी काल रूप जिहड़ा ਕਾਂ आ वो खाण वास्ते भी आ पहुंचिया। कागा करंग टंडोलिया सगला खाया मास खा गया होना सारा। हुण एबिलिटी नहीं हुण जान नहीं रही बहुती हुण ते मेहमान ही आ बस इत्थे। पर कहिंदे अजे भी मैं तेनों वो काल तरस कर मेरे ते मैं तेरे सामने तरला लेना भी कागा करंग टंडोलिया सगला खाया मास ए दोए नैना मत छू फिर देखण की आस। मैटाफोर आ अजे मैं ना उम्मीद नहीं अजे हो सकता किते तरस आवे ते मेरी मुक्ति हो जाए मैनू करतार नाल सांझ पाउण दी जाच आ जाए। इत्थे जिक्र आया गलिया चिक्कड़ चिक्कड़ बहुत है तो चिक्कड़ इतना आ कि तुसी सही भी करना चाहो तो आला दवाला लपेट दिंदा तुहानू तुसी चाहो भी तो घर भी दूर है मतलब लगातार समर्पण नाल डेडिकेशन नाल इस राह दे उत्ते तुरना है। फिर क्या कि नाल प्यारे नेहो रब दा नाम स्नेह दा नाम है खलूस दा नाम आ। बंदे नू जिन्ना मर्जी जे किते उन्होंने डर है पै है दुख है वेदन है जे ईमानदारी नालों रब दा एहसास कराओगे शांति आएगी टका आएगा क्योंकि असी असल असल प्रेम का सोर्स ही वो है होर कोई है ही नहीं गा। वो कहते कि मेरा नेह भी उहदे नाल क्योंकि वही नेह का सोर्स है मुख्य रूप दे। फिर क्या कि जे चलां तां भिजै कंबली जे तुरदा आ तो डर बनया आ कि कंबली भिज जाएगी पहुँच नहीं सकांगा कंबल भारा हो जाए मीन जे किते इन्ना ओवरवेट हो जाएगा रस्ते कोलैप्स कर जाऊँगा डिग जावांगा। बड़े बड़े लोग तुसी देखे होणगे चले किसी पासे सीगे पहुँचे नहीं राह च ही डोल गए क्योंकि ये रूप ऐसा है माया का। धार्मिक लोगों दी तुसी रोज़ बातां सुनते हो बड़े बड़े इंडिया देश च एक बड़ी बड़ी सैलैब्रिटी बनया जोगी शुरू दे विच बड़ा हैल्थ ते काम कीता इहो जिहियां चीज़ां दे उत्ते मुड़ के जदों रंग बदलिया तो कित्थे तुरिया सी कित्थे पहुँच गया। ये रियलिटी है यही हथ पेड़े यही है भी जदों खास करके जदों कंबली भिजदी है तो फिर बंदा डिग जाता राह कोलैप्स हो जाता। तो ये गुरु महाराज ने बाणी च भी कहा कि ਉਹਦੇ वास्ते भी अरदास कर दाता तरस कर ਉਹਦੇ ਤੇ साडे ते भी तरस कर ਉਹਦੇ ਤੇ भी तरस कर। क्योंकि कहते ऐसा ना होए कि भगत जी ने कहा भी तू चेते रखी जे किते तेनों कोई रस्ते च मुफलस मिल जाए मुफलस गुरबत दा मारिया होया मीन person who are living under poverty and when we're talking here in Gurbani we're not talking about the prosperity related poverty we were talking about spiritual especially ਜਿਹੜੇ human virtues ਨੇ ਉਹਨਾਂ ਦੀ ਜਿਹੜੀ poverty ਹੈ ਉਹਦੀ ਗੱਲ ਹੋ ਰਹੀ। जिस बंदे दे कोल वो चीज़ गवाच गई रूहानी तौर पर बंदा नुकसान हो गया परसन हू इज़ लिविंग अंडर स्पिरिचुअल पावर्टी हुण ਉਹਦੇ बाबत जो बात की तो ਉਹਦੇ ਚ भगत कबीर जी के बचन कहे वो कहते चेते रखी भी कबीर गर्भ ना कीजियो रंक ना हसियो कोई। किसी रंक नूं देखे किसी गुरबत के मारे नूं गुणा तो नीवें होए गुणा तो गिरे हुए गुणा वाले पासों जिहड़ा अपना नुकसान करके उसनूं देखे ना ਉਹਦੇ ਤੇ हसी ना ठट्ठा ना करी मजाक ना करी ये ना सोची भी हाँ लै आ देखना तमाशा बन गया। कहते ना 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 कहने लगे कबीर गर्भ ना कीजिए रंक ना हंसियो कोई अजों सु नाओ समुंदर में क्या जाना क्या हो बेड़ी तेरी भी पानी च ये सागर आ यू नैवर नो। सब बनी बनाई खेड जिन्नी देर तक पानी दे विच जिवें असीं एयर ट्रैवल करते हैं जिन्नी देर तक प्लेन एयर दे विच आ ਜਿਹੜੀ रिस्क की पॉसिबिलिटी है वो हाँ बिल्कुल टॉप ते हायर लैवल ते माड़ा जिहा कुछ होया तैन गेम ओवर है। मतलब ये कि जिन्हों कहा जाए भी लाइफ इन डेंजर कंप्लीटली इन बिन जिहड़ा बेड़ा पानी च हुण धरती ते फिर भी कोई थोड़ा बहुता डिगण तो बचाव हो सकता है पर जिहड़ा पानी दे विच आ एक बारी पलटिया नहीं तो डन उस तो बाद बचण के आसार कोई नहीं। सो ये भवसागर की इहो जी हालत आ ये फिर
ਭਗਤ ਫਰੀਦ ਜੀ ਨੇ ਕਿਹਾ ਵੀ ਭਰੋਸਾ ਜਿਹੜਾ ਉਹ ਬੜੀ ਵੱਡੀ ਚੀਜ਼ ਆ ਅਕਾਲ ਪੁਰਖ ਵਾਹਿਗੁਰੂ ਤੇ ਜਿਹੜੀ ਸਟ੍ਰੈਟਜੀ ਦਿੱਤੀ ਗਈ ਹੈ, ਜਿਹੜਾ ਪਾਥ ਵਿਖਾਇਆ, ਜਿਹੜਾ ਮੈਥਡ ਦੱਸਿਆ, ਜਿਹੜੀ ਮੈਥਡੋਲੋਜੀ ਸਿਖਾਈ ਗੁਰੂ ਬਾਬਾ ਜੀ ਨੇ ਸਾਰੇ ਤੋਂ ਬਚਣ ਵਾਸਤੇ, ਉਹ 'ਚ ਕਿਹਾ ਸੰਤੋਹ ਸਾਗਰ ਪਾਰ ਉਤਰੀਏ। ਮੈਂ ਤੁਹਾਨੂੰ ਦੱਸਦਾ ਇਸ ਸਾਗਰ ਤੋਂ ਤੁਸੀਂ ਪਾਰ ਕਿਵੇਂ ਪੈਣਾ ਹੈ, ਤੁਸੀਂ ਇਹਦੇ 'ਚੋਂ ਇਹਦੇ ਪ੍ਰਭਾਵ ਨੂੰ, ਇਹਦੇ ਜਿਹੜਾ ਉਹਦਾ ਖਾਸ ਕਰਕੇ ਇੰਪੈਕਟ ਆ, ਉਹਨੂੰ ਤੁਸੀਂ ਕਿਸ ਤਰੀਕੇ ਨਾਲ ਕਾਊਂਟਰ ਕਰ ਸਕਦੇ ਹੈਗੇ ਹੋ। ਮਹਾਰਾਜ ਕਿਵੇਂ? ਸਭ ਕਹਿੰਦੇ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਜੇ ਕੋਈ ਸੰਤਾਂ ਦਾ ਬਚਨ ਕਮਾ ਲੇ, ਬੋਲ ਕਮਾ ਲਵੇ, ਸਮਹਾਓ ਚੀਜ਼ਾਂ ਕੋਰਿਲੇਟ ਹੁੰਦੀਆਂ ਨੇ। ਦੁਨੀਆ ਦਾ ਤੁਸੀਂ ਲਿਟਰੇਚਰ ਪੜ੍ਹਦੇ ਹੋ, ਬਾਈ ਚਾਂਸ ਆਈ ਵਾਜ਼ ਰੀਡਿੰਗ ਫਰੋਮ ਲਾਸਟ ਫਿਊ ਡੇਜ਼ ਰੂਮੀ, ਅਤੇ ਉਹ ਮੈਂ ਕੁਛ ਪੜ੍ਹ ਰਿਹਾ ਸੀ ਉਹਦੇ 'ਚੋਂ, ਅਤੇ ਉਹ ਜਿਵੇਂ ਹੁਣ ਆਹ ਬਚਨ ਆਇਆ ਹੈਗਾ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਸਾਡੇ ਇੰਡੀਅਨ ਲਿਟਰੇਚਰ 'ਚ ਕਹਾਣੀ ਹੈ, ਤੁਸੀਂ ਸ਼ਾਇਦ ਕਈ ਵਾਰੀ ਸੁਣੀ ਪੜ੍ਹੀ ਹੋਏਗੀ। ਮੈਂ ਫਿਲੋਸਫੀਕਲ ਸਾਈਡ 'ਤੇ ਬਾਤ ਜ਼ਿਆਦਾ ਨਾ ਲੈ ਕੇ ਜਾਵਾਂ ਕਿਉਂਕਿ ਉਹ ਭਾਰੀ ਹੋ ਜਾਂਦੀ ਕਈ ਵਾਰ। ਕਹਾਣੀ ਕੁਝ ਇਸ ਤਰ੍ਹਾਂ ਆ ਕਿ ਜਿਵੇਂ ਸਪੋਜ਼ ਕਰੋ ਅਸੀਂ ਕੈਨੇਡਾ 'ਚ ਰਹਿੰਦੇ ਹਾਂ, ਅਤੇ ਕੈਨੇਡਾ ਤੋਂ ਕੋਈ ਬੰਦਾ ਐਮਾਜੋਨ ਸਾਈਡ, ਬ੍ਰਾਜ਼ੀਲ ਜਾਂ ਉਹਦੇ ਆਲੇ ਦੁਆਲੇ ਅਰਜਨਟੀਨਾ ਵਗੈਰਾ ਉਸ ਖਿੱਤੇ ਦੇ ਵਿੱਚ ਵਿਜ਼ਿਟ ਕਰਨ ਲਈ ਜਾਣ ਲੱਗੇ, ਅਤੇ ਉਹਦੇ ਘਰ ਦੇ 'ਚ ਇੱਕ ਛੋਟਾ ਜਿਹਾ ਤੋਤਾ ਜਿਹੜਾ ਪੈਰਟ ਹੈਗਾ ਉਹ ਪਿੰਜਰੇ 'ਚ ਪਾਇਆ ਹੋਏ, ਅਤੇ ਹੁਣ ਉਹ ਵਿਚਾਰਾ ਉਦਾਸ ਹੈ, ਕਿਤੇ ਜੰਗਲ 'ਚ ਅਟਕੇਲੀਆਂ ਲਾਉਂਦਾ ਸੀਗਾ, ਉੱਡਦਾ ਸੀਗਾ ਖੁੱਲ੍ਹੀਆਂ ਹਵਾਵਾਂ, ਛੋਟੇ ਛੋਟੇ ਜਿਹੇ ਪਿੰਜਰੇ 'ਚ ਕੈਦ ਹੋਇਆ ਹੈਗਾ। ਉਸਨੂੰ ਪਤਾ ਲੱਗਾ ਵੀ ਇਹ ਤਾਂ ਮੇਰੇ ਉਹ ਦੇਸ਼ ਜਾ ਰਿਹਾ, ਮੇਰੇ ਖਿੱਤੇ ਜਾ ਰਿਹਾ ਉੱਥੇ। ਹੁਣ ਜਦੋਂ ਉਹਨੇ ਸੁਣਿਆ ਇਹ ਗੱਲ ਨੂੰ, ਅਤੇ ਉਹ ਬੜਾ ਉਦਾਸ ਅਤੇ ਰੋਣ ਹਾਕਾ ਹੋਇਆ ਆ। ਉਹਨੇ ਆਪਣੇ ਮਾਲਕ ਨੂੰ ਆਵਾਜ਼ ਦੇ ਕੇ ਕਿਹਾ ਵੀ ਤੂੰ ਮੇਰੇ ਦੇਸ਼ ਜਾ ਰਿਹਾ, ਤੈਨੂੰ ਉੱਥੇ ਬੜੀਆਂ ਤੋਤਿਆਂ ਦੀਆਂ ਡਾਰਾਂ ਮਿਲਣਗੀਆਂ, ਅਤੇ ਉਹਨਾਂ ਨੂੰ ਮੇਰੇ ਬਾਰੇ ਦੱਸੀ ਪਲੀਜ਼, ਜੋ ਮੈਂ ਹਾਂ, ਜਿੱਥੇ ਤੇਰੇ ਘਰ 'ਚ ਜਿੱਥੇ ਸਾਰਾ ਦੱਸੀ, ਅਤੇ ਨਾਲੇ ਦੱਸੀ ਮੈਂ ਉਹਨਾਂ ਨੂੰ ਮਿਸ ਬੜਾ ਕਰਦਾ ਹਾਂ, ਮੈਂ ਉਦਾਸ ਬਹੁਤ ਹਾਂ। ਠੀਕ ਹੈ, ਮੈਨੂੰ ਕੋਈ ਗੱਲ ਹੀ ਕੁਛ ਨਹੀਂ ਹੈ, ਮੈਸੇਜ ਮੈਂ ਦੇ ਦਿਆਂਗਾ ਜਾ ਕੇ। ਕਹਾਣੀ ਸ਼ਾਇਦ ਆਪਨੇ ਜ਼ਰੂਰ ਪੜ੍ਹੀ ਸੁਣੀ ਹੋਣੀ, ਇੰਡੀਅਨ ਲਿਟਰੇਚਰ 'ਚ ਕਾਫੀ ਜ਼ਿਆਦਾ ਇਹਨੂੰ ਜਿਹੜਾ ਹੈਗਾ ਕਈ ਵਰਜਨ ਦੇ ਬਿਆਨ ਕੀਤੇ ਜਾਂਦੇ ਨੇ। ਉਹ ਬੰਦਾ ਉੱਥੇ ਗਿਆ ਅਤੇ ਜਾ ਕੇ ਉਹ ਕਿਤੇ ਦਰੱਖਤ ਥੱਲੇ ਬੈਠਾ, ਉੱਤੇ ਬਿਲਕੁਲ ਤੋਤਿਆਂ ਦੀ ਡਾਰ ਆ ਕੇ ਬੈਠ ਗਈ ਹੈ, ਕਿਉਂਕਿ ਉੱਥੇ ਉਹ ਤੋਤੇ ਉੱਡਦੇ ਫਿਰਦੇ ਡਿਫਰੈਂਟ ਰੰਗਾਂ ਦੇ। ਉਸਨੇ ਕਿਹਾ ਵੀ ਹਾਂ ਸੱਚ, ਮੈਨੂੰ ਮੇਰੇ ਘਰ ਵਾਲੇ ਤੋਤੇ ਨੇ ਸੁਨੇਹਾ ਭੇਜਿਆ ਸੀਗਾ, ਅਤੇ ਉਹ ਕਹਿੰਦਾ ਵੀ ਸੱਜਣੋ ਤੁਹਾਡੇ ਵਾਸਤੇ ਸੁਨੇਹਾ ਆ। ਕੀ ਸੁਨੇਹਾ ਆ? ਸੁਨੇਹਾ ਕਿ ਤੁਹਾਡਾ ਇੱਕ ਸਾਥੀ ਨਾ ਮੇਰੇ ਘਰ, ਮੇਰੇ ਕੋਲ ਪਿੰਜਰੇ 'ਚ ਆ, ਅਤੇ ਤੁਹਾਡੇ ਬਾਰੇ ਕਹਿੰਦਾ ਸੀਗਾ ਕਿ ਮੇਰੀ ਇੱਕ ਤੇ ਹਾਏ ਹੈਲੋ ਪਹੁੰਚਾਇਆ ਜੇ, ਅਤੇ ਨਾਲੇ ਦੱਸਿਆ ਜੇ ਮੈਂ ਉਦਾਸ ਬਹੁਤ ਹਾਂ, ਮੈਂ ਤੁਹਾਨੂੰ ਮਿਸ ਬਹੁਤ ਕਰਦਾ ਹਾਂ। ਉਸਨੇ ਜੇ ਇੰਨੀ ਗੱਲ ਕਹੀ ਨਹੀਂ ਤਾਂ ਉੱਤੋਂ ਇੱਕ ਤੋਤਾ ਜਿਹੜਾ ਹੈਗਾ ਇੱਕਦਮ ਬੇਹੋਸ਼ ਹੋ ਕੇ ਥੱਲੇ ਡਿੱਗ ਗਿਆ। ਉਹਨੇ ਉਹਨੂੰ ਹਿਲਾਇਆ ਫਟਾਫਟ, ਦੇਖਿਆ, ਪਤਾ ਲੱਗਾ ਮਰ ਗਿਆ। ਓਹੋ, ਇੱਕਦਮ ਅੰਦਰ ਦੁੱਖ ਗਿਆ ਵੀ ਇਹ ਕੀ ਬਣਾ ਗਿਆ। ਮੈਂ ਜ਼ਰੂਰ ਕਹਿਣਾ ਸੀਗਾ ਵੀ ਇਹ ਦੁੱਖ ਨਾਲ ਹੀ ਮਰ ਗਿਆ। ਖੈਰ ਉਹ ਬੜਾ ਉਦਾਸ ਵਾਪਸ ਆਇਆ। ਜਦੋਂ ਵਾਪਸ ਆਇਆ ਅਤੇ ਆ ਕੇ ਹੁਣ ਉਹ ਤੋਤੇ ਨੇ ਪੁੱਛਿਆ ਵੀ ਕਿੱਦਾਂ ਮੇਰੇ ਹਮਵਤਨਾਂ ਨੂੰ ਮਿਲਿਆ ਸੀਗਾ ਉੱਥੇ? ਕਿੱਦਾਂ ਮਿਲਿਆ ਸੀ? ਕਹਿੰਦਾ ਕਿੱਦਾਂ ਗੱਲ ਹੋਈ? ਕਹਿੰਦਾ ਵੀ ਗੱਲ ਬੜੀ ਉਦਾਸੀ ਵਾਲੀ ਹੈ। ਕਹਿੰਦਾ ਕੀ ਹੋਇਆ? ਕਹਿੰਦੇ ਜਦੋਂ ਤੇਰੀ ਕਹਾਣੀ ਦੱਸੀ, ਤੇਰੀ ਬਾਤ ਦੱਸੀ, ਤੇ ਉਹਨਾਂ 'ਚੋਂ ਇੱਕ ਤੋਤਾ ਤੇ ਰਾਈਟ ਵੀ ਉੱਥੇ ਫਟਕ ਗਿਆ, ਮਰ ਗਿਆ। ਜਦੋਂ ਨੇ ਇੰਨੀ ਗੱਲ ਕਹੀ, ਉਹ ਪਿੰਜਰੇ ਵਾਲਾ ਤੋਤਾ ਵੀ ਮਰ ਗਿਆ, ਰਾਈਟ ਵੇ, ਉਸੇ ਵਕਤ ਉਹ ਜਿਹੜਾ ਹੈਗਾ ਡਿੱਗਿਆ। ਉਹ ਕਹਿੰਦਾ ਹੈ ਕੈਸਾ ਬਦਬਖਤਿਆ ਮੈਂ, ਇੱਕ ਨੂੰ ਉੱਥੇ ਮਾਰਿਆ, ਇੱਕ ਨੂੰ ਆ ਮਾਰ ਲਿਆ, ਓ ਹੋ ਆਹ ਤੇ ਬੜਾ ਨੁਕਸਾਨ ਹੋ ਗਿਆ। ਫਟਾਫਟ ਪਿੰਜਰੇ ਦਾ ਜਿਹੜਾ ਹੈਗਾ ਉਹ ਦਰਵਾਜ਼ਾ ਖੋਲ੍ਹਿਆ, ਵਿੱਚੋਂ ਉਹਨੂੰ ਕੱਢਿਆ, ਕੱਢ ਕੇ ਇੱਕਦਮ ਬਾਹਰ ਲਿਜਾ ਕੇ ਇਸ ਤਰੀਕੇ ਨਾਲ ਕਰਨ ਲੱਗਾ। ਜਦੋਂ ਕਰਨ ਲੱਗਾ ਤਾਂ ਇੱਕਦਮ ਉਹ ਵਾਪਸ ਜਾਣ 'ਚ ਆਇਆ ਅਤੇ ਉੱਡ ਗਿਆ। ਹੁਣ ਇਸ ਸਾਰੀ ਕਹਾਣੀ ਦੇ ਵਿੱਚ ਬਾਤ ਇਹ ਦੱਸੀ ਜਾਂਦੀ ਏ ਵੀ ਤੋਤਿਆਂ ਨੇ ਆਪਣੇ ਉਸ ਪਿੰਜਰੇ 'ਚ ਬੱਝੇ ਤੋਤੇ ਨੂੰ ਬੜੀ ਚਲਾਕੀ ਦੇ ਨਾਲ ਮਤਲਬ ਉਹਨੂੰ ਆਜ਼ਾਦ ਕਰਵਾ ਦਿੱਤਾ। ਉਹਨਾਂ ਨੇ ਉੱਥੋਂ ਜਦੋਂ ਉਹਨੇ ਸੁਨੇਹਾ ਦਿੱਤਾ ਤਾਂ ਉਹਨਾਂ ਸਕੀਮ ਦਿੱਤੀ, ਤਾਂ ਉਹਦੇ ਕੋਲ ਸਕੀਮ ਪਹੁੰਚ ਗਈ, ਤਾਂ ਉਹਦੇ ਅਕੋਰਡਿੰਗਲੀ ਰੂਮੀ ਇਹਦਾ ਵਰਜਨ ਹੋਰ ਬਿਆਨ ਕਰਦਾ। ਮਤਲਬ
ਦਾਨੇ ਲੋਕ ਦਾਨੇ ਹੀ ਹੁੰਦੇ ਨੇ ਨਾ। ਫਿਰ ਸਕਾਲਰ ਲੋਕਾਂ ਦੇ ਬਾਤ ਕਿਆ ਆ, ਜਿਹੜਾ ਬਚਨ ਇੱਥੇ ਆ ਗਿਆ ਨਾ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ, ਤਰ ਜਾਣਾ, ਪਾਰ ਹੋ ਜਾਣਾ ਕਿਸੇ ਚੀਜ਼ ਤੋਂ। ਉਹ ਕਹਿੰਦਾ ਬੰਦੇ ਐਵੇਂ ਤੋਤਿਆਂ ਨੂੰ ਗਾਲਾਂ ਨਾ ਕੱਢੀ ਜਾ ਵੀ ਬੜੇ ਜਿਹੜੇ ਨੇ ਚਲਾਕ ਨਿਕਲੇ, ਬੜੇ ਕਮਬਖਤ ਨਿਕਲੇ, ਦੇਖ ਲੈ ਮਾਲਕ ਤੂੰ ਬੇਵਕੂਫ ਬਣਾ ਗਏ। ਕਹਿੰਦਾ ਛੱਡ ਪਰਾਂ, ਸਿੱਖ ਇਹਦੇ ਤੋਂ, ਸਿੱਖ ਇਹਦੇ ਤੋਂ ਇਹ ਕਿ ਜੇ ਤੂੰ ਆਪਣੇ ਪਰਾਂ ਨੂੰ ਸਹੀ ਰੂਪ 'ਚ ਇਸਤੇਮਾਲ ਨਹੀਂ ਕਰੇਗਾ ਤੂੰ ਕੈਦਖਾਨੇ 'ਚ ਪੈ ਜਾਏਗਾ। ਜਿਹੜੇ ਸਾਡੇ ਪਰ ਨੇ ਨਾ, ਇਹ ਸਾਡੀ ਪ੍ਰਵਾਜ਼ ਵਿਜ਼ਡਮ ਹੈ। ਸਾਡੀ ਵਿਜ਼ਡਮ ਦਾ ਸਹੀ ਯੂਜ਼ ਕਰੋ, ਅਦਰਵਾਈਜ਼ ਫਿਰ ਜੇ ਹੋਏਗੀ ਵੀ ਕੋਲ, ਜਦੋਂ ਇੱਕ ਪਿੰਜਰੇ 'ਚ ਪੈ ਗਏ ਤੇ ਪਿੰਜਰਾ ਇੱਥੇ ਹੋਰ ਕੁਝ ਨਹੀਂ, ਸਾਡੀਆਂ ਆਦਤਾਂ ਨੇ, ਸਾਡੀਆਂ ਹੈਬਿਟਸ ਨੇ, ਸਾਡਾ ਸੁਭਾਅ ਆ। ਸਿਆਣੇ ਤੋਂ ਸਿਆਣੇ ਬੰਦੇ ਦੇਖੋ ਤੁਸੀਂ, ਬੜੀਆਂ ਕੰਮ ਦੀਆਂ ਗੱਲਾਂ ਕਰਨਗੇ, ਸੁਭਾਵਿਕ ਤੌਰ 'ਤੇ ਕੁਝ ਐਸੀਆਂ ਵੀਕਨੈਸਿਸ ਨੇ, ਦੇ ਆਰ ਨੋਟ ਏਬਲ ਟੂ ਕਮ ਆਊਟ ਆਫ ਦੈਮ। ਪਿੰਜਰਾ, ਦੈਟ ਇਜ਼ ਪਿੰਜਰਾ, ਹੋਰ ਕੋਈ ਪਿੰਜਰਾ ਨਹੀਂ ਹੈਗਾ। ਇਹੀ ਹੈ ਸਭ ਤੋਂ ਵੱਡਾ ਪਿੰਜਰਾ, ਤੇ ਜਿਹੜਾ ਅਸੀਂ ਇਸ ਰੂਪ 'ਚ ਬਣਾ ਲਿਆ। ਫਿਰ ਉਹ ਕਹਿੰਦਾ ਤੂੰ ਇੱਕ ਚੀਜ਼ ਹੋਰ ਸਿੱਖੋ, ਜੋ ਉਸ ਪਿੰਜਰੇ ਤੋਂ ਬਾਹਰ ਨਿਕਲਣ ਵਾਸਤੇ ਉਹਦੇ ਦੇਸ਼ ਤੋਂ ਸੁਨੇਹਾ ਆਇਆ ਸੀਗਾ, ਤੁਹਾਡੇ ਕੋਲ ਵੀ ਇਹਦੇ ਤੋਂ ਬਾਹਰ ਨਿਕਲਣ ਵਾਸਤੇ ਜਿਹੜਾ ਜਿਹਨੂੰ ਕਹਿੰਦੇ ਨੇ ਵੀ ਲੈਂਡ ਆਫ ਵਾਈਸ, ਉਹਨਾਂ ਦਾ ਸੁਨੇਹਾ ਹੁੰਦਾ, ਜਿਵੇਂ ਤੁਰਕੀ ਬਾਣੀ ਹੈ। ਤੁਸੀਂ ਇਸ ਨੂੰ ਕਮਾ ਲਵੋ। ਉਸਨੇ ਬਿਨਾਂ ਢਿਲੇ, ਬਿਨਾਂ ਦੇਰੀ ਕੀਤਿਆਂ ਰਾਈਟ ਵਿੱਚ ਜੋ ਮੈਸੇਜ ਉਹਨੂੰ ਉਹਦੇ ਪਹੁੰਚਿਆ, ਉਹਨੇ ਐਜ਼ ਇਟ ਇਜ਼ ਗ੍ਰੈਬ ਕੀਤਾ, ਅਮਲ ਕੀਤਾ, ਜਿੰਦ ਛੁੱਟ ਗਈ। ਐਗਜ਼ੈਕਟਲੀ ਇਹ ਹੋਇਆ, ਜੇ ਕੋ ਬਚਨ ਕਮਾਵੇ ਸੰਤਨ ਕਾ। ਇਹ ਸੰਤ ਲੋਕਾਂ ਦੇ ਬੋਲ ਨੇ। ਤੁਹਾਡੀਆਂ ਭਾਵੇਂ ਆਦਤਾਂ ਦੇ ਪਿੰਜਰੇ ਨੇ, ਭਾਵੇਂ ਉਹ ਹੋਰ ਕਮਜ਼ੋਰੀਆਂ ਦੀਆਂ ਵੀਕਨੈਸਿਸ ਨੇ, ਯੂ ਕੈਨ ਕਮ ਆਊਟ ਆਫ ਦੈਮ ਵਿਦ ਦ ਹੈਲਪ ਆਫ ਵਾਈਜ਼ ਪੀਪਲਸ ਵਰਡਸ। ਜਿਹੜੇ ਸਿਆਣੇ ਨੇ ਉਹਨਾਂ ਦੇ ਬੋਲ, ਤੇ ਸਿਆਣੇ ਉਹ ਨੇ ਜਿਹੜੇ ਰੂਹਾਨੀ ਤੇ ਅਧਿਆਤਮਿਕ ਤੌਰ 'ਤੇ ਆਪਣੇ ਆਪ ਨੂੰ ਜਿਹੜਾ ਆਪਣੀ ਅਪਲਿਫਟਿੰਗ ਕਰ ਚੁੱਕੇ ਨੇ, ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ। ਇੱਥੇ ਮਹਾਰਾਜ ਕਹਿੰਦੇ ਜੇ ਕੋਈ ਉਹਦੇ ਬਚਨਾਂ ਨੂੰ ਕਮਾ ਲਵੇਗਾ, ਗੁਰ ਪ੍ਰਸਾਦੀ, ਤੇ ਉਹਦੇ 'ਚ ਪ੍ਰਸਾਦ ਆ, ਉਹਦੇ 'ਚ ਸਿੱਖਿਆ, ਉਹਦੇ 'ਚ ਕੁਝ ਖਾਸ ਕਿਸਮ ਦੀ ਇੱਕ ਮੈਸੇਜ ਆ, ਜਿਹਨੇ ਕੰਮ ਕਰ ਜਾਣਾ, ਉਹਦੀ ਕਮਾਈ ਕਰਨੀ ਹੈ। ਇਹ ਰਹਾ ਉਹਦਾ ਪਤਾ ਹੈ, ਉਹਦੀ ਬਚਨ ਹੋ ਰਿਹਾ। ਹੁਣ ਸ਼ੁਰੂਆਤੀ ਪਤਾ ਗੁਰੂ ਸਾਹਿਬ ਨੇ ਕਿਹਾ, ਕਰਮ ਧਰਮ ਪਾਖੰਡ ਜੋਦੀ ਸੈਂਤਿਨ ਜਮ ਜਾਗਾਤੀ ਲੁੱਟ ਹੈ। ਦੇਖੋ ਡੇ ਬਾਈ ਡੇ ਅਸੀਂ ਸਾਰੇ ਸਿੱਖਦੇ ਹਾਂ, ਮੈਂ ਵੀ ਸਿੱਖਦਾ ਹਾਂ। ਬੜਾ ਲੰਬਾ ਸਮਾਂ ਮੈਂ ਪਾਖੰਡ ਦੇ ਅਰਥ ਹਿਪੋਕ੍ਰੇਸੀ ਕਰਦਾ ਰਿਹਾ। ਐਕਚੁਅਲੀ ਪਾਖੰਡ ਦੇ ਅਰਥ ਜਿਹੜੇ ਹਿਪੋਕ੍ਰੇਸੀ ਵਾਸਤੇ ਵਰਡ ਅਡੰਬਰ ਹੈ। ਪਾਖੰਡ ਜਿਹੜਾ ਆ, ਇਹਦਾ ਮਤਲਬ ਇਹ ਹੈ ਕਿ ਵੈਨ ਸਮਨ ਇਜ਼ ਡੂਇੰਗ ਸਮਥਿੰਗ, ਬਟ ਜਿਹੜਾ ਉਹ ਕਰ ਰਿਹਾ ਹੈਗਾ ਉਹਦਾ ਕੁਝ ਹਿੱਸਾ ਕਰ ਰਿਹਾ, ਕੁਝ ਨਹੀਂ ਕਰ ਰਿਹਾ। ਪਾਖੰਡ, ਖੰਡਿਤ ਕਰਕੇ ਥੋੜਾ ਹਿੱਸਾ ਕਰ ਲਿਆ, ਬਾਕੀ ਛੱਡਤਾ, ਸੋਚਿਆ ਮੈਂ ਧਰਮ ਕਰ ਲਿਆ ਹੈਗਾ। ਐਂਡ ਮੋਸਟ ਆਫ ਅਸ ਆਰ ਡੂਇੰਗ ਆਵਰ ਰਿਲੀਜੀਅਸ ਐਕਸਰਸਾਈਜ਼ ਲਾਈਕ ਦੈਟ। ਆਪਣਾ ਮਨਪਸੰਦ ਹਿੱਸਾ ਥੋੜਾ ਜਿਹਾ ਕਰ ਲਿਆ, ਬਾਕੀ ਛੱਡਦਾ। ਪਾਖੰਡ ਇਹ ਹੈ। ਇਹ ਨਹੀਂ ਕਿ ਪਾਠ ਕਰਨਾ ਮਾੜੀ ਗੱਲ ਹੈ, ਗੁਰਦੁਆਰੇ ਆਉਣਾ ਮਾੜੀ ਗੱਲ ਹੈ, ਥੋੜਾ ਜਿਹਾ ਪੋਰਸ਼ਨ ਲੈ ਲਿਆ, ਬਾਕੀ ਲੀਵ ਇਟ। ਫਿਰ ਕੰਪਲੇਂਟ ਕੀਤੀ, ਬਣੀ ਨਹੀਂ ਗੱਲ। ਪਾਖੰਡ। ਭਾਈ ਜਿਹੜਾ ਉਹ ਵਾਕਿਆ 'ਚ ਹੀ ਪੂਰਾ ਟਾਸਕ ਕਰਨਾ ਸੀਗਾ, ਉਹ ਨਹੀਂ ਕੀਤਾ। ਸਾਹਿਬ ਨੇ ਕਿਹਾ ਜਿਹੜੇ ਕਰਮ ਧਰਮ ਪਾਖੰਡ ਨੇ ਨਾ, ਜਿਹੜੇ ਬੰਦੇ ਨੇ ਥੋੜਾ ਥੋੜਾ ਪੋਰਸ਼ਨ ਕਿਹਾ ਚਲੋ ਇੰਨਾ ਇੰਨਾ ਕੁ ਆਪਣੀ ਮਰਜ਼ੀ ਦੇ ਨਾਲ, ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੂਟ ਹੈ, ਉਹਨਾਂ ਨੂੰ ਜਮਾਂ ਦੀ ਜਗਾਤ ਪੱਕੀ ਲੱਗੇਗੀ, ਬਚ ਹੀ ਨਹੀਂ ਸਕਦੇ। ਕਿਉਂਕਿ ਉਹਨਾਂ ਨੇ ਮਤਲਬ ਕਿ ਜੋ ਕਰ ਰਿਹਾ, ਜੋ ਕਰਨ ਵਾਸਤੇ ਉਹਨਾਂ ਨੇ ਐਫਰਟ ਵੀ ਪਾਈ, ਉਹ ਵੀ ਬੇਕਾਰ ਕਰਤੀ, ਉਹ ਚਲੀ ਗਈ ਇਸ ਤਰੀਕੇ ਨਾਲ ਬੇਕਾਰ, ਕਿਸੇ ਕਿਸਮ ਦੀ ਨਹੀਂ। ਜਿਵੇਂ ਕੋਈ ਬੱਚਾ ਬੁੱਕ ਪੜ੍ਹਨ ਲਈ ਬਿਠਾਓ ਤੁਸੀਂ, ਤੇ ਉਹ ਬੁੱਕ ਤੇ ਪੜ੍ਹ ਰਿਹਾ ਉੱਚੀ ਉੱਚੀ ਬੋਲ ਬੋਲ ਕੇ, ਕੋਈ ਕੰਸਨਟ੍ਰੇਸ਼ਨ ਨਹੀਂ, ਕੋਈ ਧਿਆਨ ਨਹੀਂ, ਕੋਈ ਲਫ਼ਜ਼ਾਂ ਦੇ ਵਿੱਚ ਚੁੱਪਿਆ ਫੜ ਨਹੀਂ ਰਿਹਾ, ਕੁਛ ਨਹੀਂ, ਪੂਰੀ ਇੱਕ ਸਾਈਡ ਤੋਂ ਦੂਸਰੀ ਸਾਈਡ ਤੱਕ ਪੜ੍ਹਦੇ। ਫਿਰ ਕਿ ਯੂ ਨੋ I have read whole actually complete pages, but I don't know and what kind of book is it? ਭਾਈ ਪਾਖੰਡ।
2 पेज पढ़ 4 पढ़, पर ध्यान दे की लिखिया ਇਹਦੇ 'ਚ। ਇਹ ਜਿਹੜੀ ਚੀਜ਼ ਆ ਹਰ ਇੱਕ ਜਿਹੜੀ ਸਪਿਰਿਚੁਅਲ ਐਕਟੀਵਿਟੀ ਹੈ ਇਹਦੇ 'ਚ ਪਾਰਟਿਸਿਪੇਸ਼ਨ ਜਿਹੜਾ ਆ, ਜਿਹਨੂੰ ਸਾਹਿਬ ਨੇ ਇਸ ਤਰ੍ਹਾਂ ਬਚਨ ਵੀ ਬਾਣੀ 'ਚ ਕਿਹਾ ਸੀਗਾ ਕਿ ਮਨ ਨੂੰ ਲਗਾ ਉਸ ਪਾਸੇ ਤੇ ਐਵੇਂ ਲਗਾਈ ਵੀ ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ। ਮਨ ਨੂੰ ਹੀ ਕਿਹਾ ਗਿਆ ਇੱਕ ਮਨ ਇੱਕ ਚਿੱਤ ਭਾਏ। ਅਸੀਂ ਬਹੁਤ ਸ਼ਬਦ ਪੜ੍ਹਦੇ ਹਾਂ ਬਾਣੀ 'ਚ, ਅਸੀਂ ਸ਼ਬਦ ਪੜ੍ਹਦੇ ਹਾਂ, ਮਹਾਰਾਜ ਬਿਆਨ ਕਰਦੇ ਕਿ ਬਿਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ। ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂੰ ਰੁੱਤ ਹੋਏ। ਤੁਸੀਂ ਇੱਕ ਸੀਡ ਫੜੋ ਤੇ ਉਸ ਸੀਡ ਨੂੰ ਕੁਛ ਨਾ ਕਰੋ ਤੇ 2 ਟੋਟੇ ਕਰ ਦਿਓ। ਬਹੁਤ ਵਧੀਆ ਰਿਓ ਲੈ ਕੇ ਬੜੀ ਵਧੀਆ, ਜਿਵੇਂ ਅੱਜ ਰੁੱਤ ਚੱਲ ਰਹੀ ਬੜੀ ਵਧੀਆ, ਇਸ ਰੁੱਤ ਵਿੱਚ ਉਹਨੂੰ ਬੀਜ ਦਿਓ ਬੜੇ ਚੰਗੇ ਤਰੀਕੇ ਦੇ ਨਾਲ ਤੇ ਕਹੋ ਜੀ ਉੱਗੇਗਾ। ਜੇ ਉਹ 2 ਟੋਟੇ ਹੋ ਗਿਆ ਨਹੀਂ ਉੱਗੇਗਾ। ਜ਼ੋਰ ਲਾ ਲਓ ਤੁਸੀਂ। ਜਿਹਦੇ 'ਚ ਹੈ ਹੀ ਅਧੂਰਾਪਨ ਉਹ ਕਿੱਥੋਂ ਉੱਗ ਜਾਏਗਾ। ਸੋ ਇਹ ਚੀਜ਼ ਆ ਪਹਿਲੀ ਬੇਸਿਕ ਚੀਜ਼ ਜਿਹੜੀ ਹੈ, ਕੰਸਨਟ੍ਰੇਸ਼ਨ ਤੋਂ ਲੈ ਕੇ ਤੇ ਫਿਰ ਇਮਾਨਦਾਰੀ ਤੇ ਫਿਰ ਹਰ ਚੀਜ਼ ਜਿਹੜੀ ਅੱਗੇ ਸਟੈਪ ਬਾਏ ਸਟੈਪ ਜਿਹੜੀਆਂ ਚੀਜ਼ਾਂ ਨੇ ਅਕਸਰ ਅਸੀਂ ਬਾਤ ਪਾਉਂਦੇ ਹਾਂ ਉਹਦੀ। ਜਿੱਥੇ ਗੁਰੂ ਬਾਬਾ ਜੀ ਨੇ ਕਿਹਾ ਕਰਮ ਧਰਮ ਪਾਖੰਡ ਜੋ ਦਿਸੈ, ਬੰਦੇ ਨੇ ਪੂਰੇ ਨਹੀਂ ਕੀਤੇ ਪਾਖੰਡ, ਕੁਝ ਹਿੱਸੇ ਕਰ ਲਏ, ਤਿਨ ਜਮ ਜਾਗਾਤੀ ਲੂਟੇ। ਫਿਰ ਕਿਹਾ ਨਿਰਵਾਣ ਕੀਰਤਨ, ਨਿਰਵਾਣ ਕੀਰਤਨ ਬਿਲਕੁਲ ਇਮਾਨਦਾਰਾਨਾ ਢੰਗ ਦੇ ਨਾਲ। ਅੱਜ ਰਿਸ਼ਤਿਆਂ 'ਚ ਬਾਤ ਕੀਤੀ ਜਾ ਰਹੀ ਹੈ ਅਤੇ ਰਿਲੇਸ਼ਨਸ਼ਿਪ ਡੀਲਿੰਗ ਦੇ ਉੱਤੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹਾਂ। ਉਹ ਕਹਿੰਦੇ ਨੇ ਕਿ ਜੇ ਤੁਸੀਂ ਕਿਸੇ ਨਾਲ ਪਿਆਰ ਕੀਤਾ ਹੈ, ਅਨਕੰਡੀਸ਼ਨਲ ਵੇ ਦੇ ਨਾਲ, 0 ਐਕਸਪੈਕਟੇਸ਼ਨ ਦੇ ਨਾਲ ਤੁਸੀਂ ਡੀਲ ਕਰੋ। ਐਕਸੈਪਟ ਅਨਦਰ ਪਰਸਨ ਐਜ਼ ਇਟ ਇਜ਼ ਐਂਡ ਟੋਟਲੀ ਕਮ ਆਊਟ ਆਫ ਈਚ ਐਂਡ ਐਵਰੀ ਐਕਸਪੈਕਟੇਸ਼ਨ, then you're going to enjoy the relationship. Otherwise no. ਭਾਵੇਂ ਤੁਹਾਡਾ ਬੱਚਾ ਆ, ਸਨੇਹੀ ਹੈ, ਪਾਰਟਨਰ ਹੈ, ਮਾਂ ਬਾਪ ਨੇ, ਸਿਬਲਿੰਗਸ ਨੇ, ਆਫਸਪ੍ਰਿੰਗਸ ਨੇ, ਐਨੀਵਨ। ਹੁਣ ਇਹ ਜਿਹੜੀ ਚੀਜ਼ ਆ ਨਿਰਵਾਣ ਕੀਰਤਨ, ਨਿਰਵਾਣ ਕੀਰਤੀ, ਬਿਲਕੁਲ ਸਵਾਰਥ ਭਾਵ ਹੈ ਹੀ ਨਹੀਂ ਅੰਦਰ, ਬਿਲਕੁਲ ਬਸ ਆਪਣੇ ਆਪ ਨੂੰ ਡੈਡੀਕੇਟ ਕਰਕੇ ਕਿਸੇ ਚੀਜ਼ ਨੂੰ ਅਪਣਾਉਣਾ, ਪੜ੍ਹਨਾ, ਬੋਲਣਾ, ਸਮਝਣਾ ਆ। ਕਿਉਂ ਨਹੀਂ, ਕਮਾਲੇ ਕਰਾਮਾਤ ਹੋਏਗੀ। ਉਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਨਿਰਵਾਣ ਕੀਰਤਨ ਗਾਵੋ ਕਰਤੇਗਾ। ਤੇ ਫਿਰ ਨਿਮਕ ਸਿਮਰਤ, ਅੱਖ ਦੇ ਫੋਰਜਨੇ ਸਮੇਂ 'ਚ ਹੀ ਜੇ ਪੜ੍ਹ ਕੇ ਛੱਡ ਦਈਏ ਤਾਂ ਸਿਰਫ ਲਾਈਨਸ ਨੇ ਇਹ, ਤੇ ਜੇ ਇਸ ਨੂੰ ਥੋੜ੍ਹਾ ਗ੍ਰੈਬ ਕਰ ਲਈਏ ਤਾਂ ਅਸੀਂ ਤਾਂ ਬਚਨ ਪੜ੍ਹਦੇ ਹਾਂ ਕਿ ਬੰਦੇ ਚੇਤੇ ਰੱਖੀ ਏਕ ਚਿੱਤ ਸਭ ਮੈਂ ਕਾਲ ਸਬਨ ਮੈਂ ਕਰਤਾ ਰੋਗ ਸੋਗ ਦੋਖਨ ਕੋ ਹਰਤਾ। ਏਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਆ। ਉਹ ਕਰਤਾ ਕਿਤੇ ਬਾਹਰ ਨਹੀਂ, ਸਭ ਮੈਂ ਕਾਲ ਸਬਨ ਮੈਂ ਕਰਤਾ। ਕਾਲ ਵੀ ਸਾਡੇ ਵਿੱਚ ਹੈ, ਕਰਤਾ ਵੀ ਸਾਡੇ ਵਿੱਚ ਹੈ। ਸਿਰਫ ਇਹ ਹੈ ਕਿ ਜੇ ਤੁਸੀਂ ਧਿਆਨ ਉਸ ਪਾਸੇ ਦੇ ਲਵੋਗੇ ਤਾਂ ਉਹਦੀ ਬਾਤ ਹੋ ਰਹੀ ਹੈ। ਅੱਗੇ ਬਚਨ ਗੁਰੂ ਸਾਹਿਬ ਨੇ ਹੋਰ ਕਮਾਲ ਕੀਤਾ ਹੈ, ਕੋਟ ਤੀਰਥ ਮਜਨ ਇਸ਼ਨਾਨਾ ਇਸ ਕਲਮੈ ਮੈਲ ਪਰੀਜੈ। ਧਾਰਮਿਕ ਸਥਾਨ ਤੇ ਪੁਰਾਣੇ ਸਮੇਂ ਖਾਸ ਕਰਕੇ ਤੀਰਥ ਸਥਾਨ, ਤੀਰਥਾਂ ਸਥਾਨ ਲੋਕੀ ਜਾਂਦੇ ਸੀ ਮੈਲ ਲਾਉਣ ਵਾਸਤੇ। ਸੌਰੀ ਟੂ ਸੇ ਜਿੰਨੇ ਮੈਲੇ ਉਹ ਸਥਾਨ ਹੋ ਗਏ, ਇੰਨੀ ਮੈਲ ਸ਼ਾਇਦ ਕਿਤੇ ਹੋਰ ਰਹੀ ਵੀ ਨਾ। ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹੋਗੇ, ਜਿਹੜਾ ਔਰਗੇਨਾਈਜ਼ ਰਿਲੀਜੀਅਸ ਇੰਸਟੀਟਿਊਸ਼ਨ ਆ ਆਪਣੇ ਆਪ ਦੇ ਵਿੱਚ, ਇਹ ਸਾਡਾ ਕਲਿਆਣ ਤੇ ਗ੍ਰੰਥ ਸਾਹਿਬ ਦੀ ਬਾਣੀ ਕਰਕੇ ਆ। ਕੈਸੀ ਆਲਮੀ ਰਚਨਾ ਆ, ਬੰਦਾ ਗਾਉਂਦਾ ਆ, ਪੜ੍ਹਦਾ ਆ, ਸੁਣਦਾ ਆ, ਕਿਤੇ ਨਾ ਕਿਤੇ ਉਹ ਅਪੀਲ ਕਰ ਜਾਂਦੀ। ਫਿਰ ਬੰਦੇ ਨੂੰ ਲੱਗਦਾ ਵੀ ਓ ਹੋ ਰਾਹ ਸਹੀ ਫੜਾਂ, ਕੀ ਕਰ ਰਿਹਾ। ਨਹੀਂ ਤੇ ਗੁਰੂ ਬਾਬਾ ਨੇ ਜਿਹੜੇ ਬਚਨ ਲਿਖਿਆ ਨਾ, ਮਹਾਰਾਜ ਕਹਿੰਦੇ ਕਿ ਕਿਆ ਬਗ ਬਪੂੜਾ ਛਪੜੀ ਨਾ ਆਏ। ਬਗਲਾ ਤੇ ਬਗਲੇ ਦਾ ਕਲਿਆਣ ਕਿਵੇਂ ਹੋਏ। ਉਹ ਹੰਸ ਬਣਨਾ ਚਾਹੁੰਦਾ ਹੈ ਤੇ ਹੰਸ ਬਣਨ ਵਾਸਤੇ ਮਾਨਸਰੋਵਰ ਇੱਥੇ ਜਾਣ ਦੀ ਬਜਾਏ ਛਪੜੀ ਚਿੱਕੜ ਦੀ 'ਚ ਤੁਰ ਗਿਆ। ਹੁਣ ਤੇ ਬਿਲਕੁਲ ਹੀ ਗਰਕ ਹੋ ਜਾਏਗਾ ਨਾ। ਆਪ ਵੀ ਬਗਲਾ, ਜਿੱਥੇ ਜਾ ਕੇ ਆਪਣੀ ਸੁਚਮਤਾ ਚਾਹੁੰਦਾ ਉਹ ਵੀ ਚਿੱਕੜਿਆ। ਫਿਰ ਤਾਂ ਕੋਈ ਨਹੀਂ ਬਚਾ ਸਕਦਾ। ਜਿਹੜੀ ਅੱਜ ਦੁਨੀਆ ਦੀ ਹਾਲਤ ਹੈ ਨਾ, ਅਸੀਂ ਤੁਸੀਂ ਦੇਖੀਏ, ਐਕਚੁਅਲੀ ਇਹਦੇ 'ਚੋਂ ਨਿਕਲਦੀ ਹੈ ਸਾਰੀ। ਬੰਦਾ ਆਪ ਤੇ ਮਾੜਾ ਹੈ, ਪਰ ਜਿਨ੍ਹਾਂ ਇੰਸਟੀਟਿਊਸ਼ਨਸ ਦੇ ਵਿੱਚ ਅਸੀਂ ਸੋਚਦੇ ਹਾਂ ਕਿ ਦੇ ਗੋਨਾ ਗਿਵ ਅਸ ਸਮ ਕਾਈਂਡ ਆਫ ਇਨਲਾਈਟਮੈਂਟ, we can see
they don't even have this kind of actually you can say substance over there. We're lacking on actually massive level. ਇੱਥੇ ਬਾਬਾ ਜੀ ਨੇ ਬਚਨ ਕੀਤਾ, ਕੋਟ ਤੀਰਥ ਮਜਨ ਇਸ਼ਨਾਨਾ, ਕਰੋੜਾਂ ਤੀਰਥ ਕੀਤੇ, ਮਜਨ ਕੀਤੇ, ਇਸ਼ਨਾਨ ਕੀਤੇ, ਇਸ ਕਲਮੈ ਮੈਲ ਭਰੀਜੈ, ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ। ਗੋਸ਼ਟ ਕਰਨੀ, ਅੱਜ ਗੱਲ ਕੀਤੀ ਜਾਂਦੀ ਹੈ, ਡਾਇਲੋਗ ਕਰੋ, ਗੱਲਬਾਤ ਕਰੋ। ਬਾਣੀ ਸਾਰੀ ਆਪਣੇ ਆਪ ਨਾਲ ਸੈਲਫ ਟਾਕ ਆ। ਬਾਣੀ ਤੁਹਾਨੂੰ ਛੱਡਦੀ ਨਹੀਂ, ਜੇ ਤੁਸੀਂ ਇਮਾਨਦਾਰੀ ਨਾਲ ਪੜ੍ਹੋ ਨਾ, ਤੁਹਾਨੂੰ ਇਨਵੋਲਵ ਕਰ ਲੈਂਦੀ ਵਿੱਚ, ਤੁਹਾਨੂੰ ਪਤਾ ਲੱਗਦਾ ਹਾਂ। ਅਤੇ ਜੇ ਬੰਦਾ ਇਹੋ ਜਿਹੀ ਸੰਗਤ 'ਤੇ ਚਲਾ ਜਾਏ, ਸੋ ਬਤਾਲਾ ਦੁਆਲਾ ਹੋਏ, ਜਿਹੜੇ ਇਸ ਸਾਰੇ ਕੰਪੋਨੈਂਟਸ ਜਿਹੜੇ ਹੈਗੇ ਨੇ, ਇਹਨਾਂ ਨੂੰ ਸਾਡੇ ਤੱਕ ਪਹੁੰਚਾਉਣ ਵਾਸਤੇ ਹੈਲਪਫੁਲ ਹੋ ਜਾਣ, ਦੈਨ ਡੈਫੀਨੇਟਲੀ ਸਾਡਾ ਕਲਿਆਣ ਤਾਂ ਹੋਇਆ ਹੋਇਆ। ਗੁਰੂ ਬਾਬਾ ਜੀ ਨੇ ਉਹਦੀ ਬਾਤ ਕੀਤੀ, ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ। ਫਿਰ ਅਗਲਾ ਗੁਰੂ ਬਾਬਾ ਜੀ ਨੇ ਬਿਆਨ ਲਿਖਿਆ, ਵੇਦ ਕਤੇਬ ਸਿਮਰਿਤ ਸਭ ਸਾਸਤ, ਇਨ ਪੜ੍ਹਿਆ ਮੁਕਤ ਨਾ ਹੋਏ। ਵੇਦ ਕਤੇਬ, ਵੈਦਿਕ ਸਾਰੇ ਜਿੰਨੇ ਕਲਾਸੀਕਲ ਰਚਨਾਵਾਂ ਨੇ ਪੁਰਾਣੀਆਂ, ਉਪਨਿਸ਼ਦ, ਵੇਦ, ਸ਼ਾਸਤਰ, ਸਮ੍ਰਿਤੀਆਂ ਸਭ ਲੈ ਲਓ। ਕਤੇਬ ਜਿਹਦੇ ਅੰਦਰ ਕੁਰਾਨ, ਅੰਜ਼ੀਲ, ਤੁਰੇਬ ਸਭ ਇਸ ਸਾਈਡ 'ਤੇ ਆ ਜਾਂਦੇ ਨੇ। ਪੜ੍ਹੀ ਜਾਓ, ਪੜ੍ਹਿਆਂ ਤੇ ਮੁਕਤੀ ਨਹੀਂ ਮਿਲਣੀ। ਅਤੇ ਡਬਲ ਸਟੈਂਡਰਡ ਕੋਈ ਨਹੀਂ ਹੈਗਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲੈ ਲਓ ਤੁਸੀਂ। ਇਫ ਵੀ ਆਰ ਨੋਟ ਪ੍ਰੋਸੈਸਿੰਗ ਦਿਸ ਬਾਣੀ ਇਨਸਾਈਡ ਅਸ, ਗੁਰੂ ਬਾਬਾ ਜੀ ਇਹ ਤਾਂ ਸਭ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਗ੍ਰੰਥ ਸਾਹਿਬ। ਗੁਰੂ ਅਮਰਦਾਸ ਸਾਹਿਬ ਨੇ ਕਿਹਾ, ਓਏ ਤੂੰ ਕਹਿੰਦਾ ਮੈਂ ਵੇਦਾਂ ਨੂੰ ਮੰਨਣ ਵਾਲਾ, ਮੈਂ ਨਹੀਂ ਮੰਨਦਾ। ਬਾਬਾ ਜੀ ਨਹੀਂ ਮੈਂ ਤਾਂ ਮੰਨਦਾ, ਜੋ ਕੋਈ ਕਹੇ ਵੀ। ਤੇ ਬਾਬਾ ਜੀ ਕਹਿੰਦੇ, ਵੇਦਾਂ ਮੈਂ ਨਾਮ ਉੱਤਮ ਸੋ ਸੁਣਿਆ ਨਾ ਹੀ। ਜੇ ਇਹ ਗੱਲ ਹੁੰਦੀ ਤੇ ਜਿਹੜੀ ਉਹਦੇ 'ਚ ਕਿਤੇ ਰੱਬ ਦੀ ਗੱਲ ਹੋਈ ਹੈ, ਤੇਰੇ ਦਿਲ 'ਚ ਨਾ ਪੈ ਗਈ ਹੁੰਦੀ। ਤੂੰ ਤੇ ਬਸ ਹੋਰ ਹੀ ਪਖੰਡ ਕਰੀ ਜਾ ਰਿਹਾ। ਅਦਰਵਾਈਜ਼ ਜਿਹਨੂੰ ਸਾਹਿਬ ਨੇ ਕਿਹਾ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਜਿਹਨੇ ਵਿਚਾਰਿਆ ਹੀ ਨਹੀਂ, ਪ੍ਰੋਸੈਸ ਹੀ ਨਹੀਂ ਕੀਤਾ, ਆਖਰਕਾਰ ਕੁਝ ਚੰਗੀ ਚੀਜ਼, ਕੁਝ ਮਾੜੀ ਚੀਜ਼ ਕੋਖੇ ਪਰਖੇਗਾ ਬੰਦਾ, ਲੱਭ ਜਾਏਗਾ ਉਹਦੇ 'ਚ ਕੁਛ ਨਾ ਕੁਛ। ਇੱਥੇ ਸਾਹਿਬ ਨੇ ਬਿਆਨ ਕੀਤਾ, ਵੇਦ ਕਤੇਬ ਸਿਮਰਤ ਸਭ ਸਾਸਤ, ਇਨ ਪੜ੍ਹਿਆ ਮੁਕਤ ਨਾ ਹੋਈ। ਮਹਾਰਾਜ ਫਿਰ ਕਰਨਾ ਕੀ ਹੈ? ਬਾਬਾ ਜੀ ਨੇ ਕਿਹਾ, ਏਕ ਅੱਖਰ ਜੋ ਗੁਰਮੁਖ ਜਾਪੈ। ਇੱਥੇ ਜਾਪਣ ਦਾ ਮਤਲਬ ਹੈ ਐਕਸਪੀਰੀਅੰਸ ਕਰਨਾ, ਜਾਪਣਾ, ਅਹਿਸਾਸਣਾ, ਫੀਲ ਕਰਨਾ। ਜੇ ਇੱਕ ਅੱਖਰ ਤੁਸੀਂ ਫੀਲ ਕਰ ਜਾਓ, ਇੱਕ ਅੱਖਰ ਕੀ ਹੈ? ਜਿੱਥੋਂ ਸਭ ਇੱਕ ਸ਼ੁਰੂ ਹੁੰਦਾ, ਇੱਕ ਓਂਕਾਰ, ਇੱਕ ਜਿਹੜਾ ਉਹ ਆਪ ਆ, ਉਹਨੂੰ ਫੀਲ ਕਰਨਾ, ਉਹਨੂੰ ਅਹਿਸਾਸ ਜਾਣਾ। ਬੰਦੇ ਨੂੰ ਇਹ ਹੋਏ, ਮੈਂ ਕਿਤੇ ਵੀ ਹਾਂ, ਕਿਸੇ ਹਾਲਤ ਵਿੱਚ ਵੀ ਹਾਂ, ਜੋ ਵੀ ਹੈ, ਉਹ ਨਹੀਂ ਮਰ ਗਿਆ ਜਿਹਨੇ ਮੈਨੂੰ ਜੀਵਨ ਦਿੱਤਾ ਆ, ਜਿਹੜਾ ਮੇਰੇ ਵਿੱਚ ਬੋਲ ਰਿਹਾ, ਜਿਹੜਾ ਆਲੇ ਦੁਆਲੇ ਸਭ ਪਸਰਿਆ ਹੋਇਆ। ਇਹ ਅਹਿਸਾਸ, ਸੈਲਫ ਰਿਲਾਈਜੇਸ਼ਨ, ਇਹ ਕਿਤੇ ਨਹੀਂ ਕਿ ਬੰਦਾ ਜਿਹੜਾ ਹੈਗਾ ਇਸ ਨੂੰ ਜਿਹੜਾ ਅਡਾਪਟ ਕਰ ਲਵੇ। ਬਾਕੀ ਸਭ ਚੀਜ਼ਾਂ ਤੇ ਫਿਰ ਪਿੱਛੇ ਛੁੱਟ ਜਾਂਦੀਆਂ ਨੇ। ਸਾਹਿਬ ਕਹਿੰਦੇ, ਏਕ ਅੱਖਰ ਜੋ ਗੁਰਮੁਖ ਗੁਰੂ ਵੱਲ ਮੂੰਹ ਕਰਕੇ ਜਾਪੈ, ਤਿਸ ਕੀ ਨਿਰਮਲ ਸੋਈ। ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ। ਸੋਈ ਦਾ ਮਤਲਬ ਹੈ ਸੋਭਾ, ਗਲੋਰੀ। ਜਿਹੜੀ ਉਹਦੀ ਗਲੋਰੀ ਹੈ, ਉਹਨੂੰ ਅਸੀਂ ਡਿਸਕ੍ਰਾਈਬ ਵੀ ਨਹੀਂ ਕਰ ਸਕਦੇ, ਉਹਦੀ ਗਤ ਵੀ ਨਹੀਂ ਕਹੀ ਜਾ ਸਕਦੀ। ਸਾਹਿਬ ਜ਼ਿਕਰ ਕਰਦੇ, ਤਿਸ ਕੀ ਨਿਰਮਲ ਸੋਈ। ਫਿਰ ਬਾਬਾ ਜੀ ਇਹ ਬਚਨ ਤੁਸੀਂ ਨਾ ਸਪੈਸੀਫਿਕਲੀ ਪੰਜਾਬ ਵਿੱਚ ਰਹਿਣ ਵਾਲੇ ਉਹਨਾਂ ਪੰਜਾਬੀਆਂ ਨੂੰ ਦੇ ਰਹੇ ਹੋ, ਜਿਨ੍ਹਾਂ ਦੀ ਬਾਣੀ 'ਚ ਲਿਖ ਰਹੇ ਹੋ, ਜਾਂ ਖਾਸ ਜਿਹੜੀ ਜਮਾਤ ਤੁਹਾਡੀ ਜਾਂ ਖਾਸ ਪਰਿਵਾਰ ਜਿਹੜਾ ਤੁਹਾਡਾ। ਸਾਹਿਬ ਕਹਿੰਦੇ, ਨਾ, ਖੱਤਰੀ, ਬ੍ਰਾਹਮਣ, ਸੂਦ, ਵੈਸ, ਐਵਰੀਵਨ ਇਨਕਲੂਡਿਡ ਆ। ਜਿਹੜੀ ਇਨਕਲੂਸਿਵਨੈਸ ਆ ਬਾਣੀ ਦੀ, ਸਾਰਿਆਂ ਨੂੰ ਇਨਕਲੂਡ ਕਰਨਾ, ਇਹ ਚੀਜ਼ ਗੁਰੂ ਬਾਬਾ ਜੀ ਕਹਿੰਦੇ ਸਭ ਲਈ ਸੰਦੇਸ਼ ਹੈ। ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚੌਂ ਵਰਨਾ ਕੋ ਸਾਂਝਾ। ਚੌਵਾਂ ਵਰਨਾਂ ਨੂੰ ਸਾਂਝਾ ਉਪਦੇਸ਼ ਹੈ, ਮੇਰੀ ਸਾਂਝੀ ਬਾਤ ਆ। ਗੁਰਮੁਖ ਨਾਮ ਜਪੈ ਉਧਰੈ ਸੋ ਕਲਮੈ, ਘਟ ਘਟ ਨਾਨਕ ਮਾਂਝਾ। ਇਹ ਨਾਨਕ ਕਹਿ, ਗੁਰਮੁਖ ਨਾਮ ਜਪੇ, ਜਿਹੜਾ ਗੁਰੂ ਵੱਲ ਮੂੰਹ ਕਰਕੇ ਨਾਮ ਤੇ ਨਾਮੀ ਦਾ ਤਾਰ ਨਹੀਂ ਹੋਏਗਾ, ਰੱਬ ਦੇ ਭੈ ਵਿੱਚ ਰਹਿਣਾ ਸਿੱਖ ਲਏਗਾ, ਉਹਦਾ ਆਰਾਧਨ ਕਰੇਗਾ, ਉਧਰ ਉਹਦਾ ਉਧਾਰ ਹੋਏਗਾ। ਸੋ ਕਲਮ ਹੈ। ਇਹ ਕੱਲ ਜਿਹਨੂੰ ਕਿਹਾ ਗਿਆ ਸੀਗਾ ਕਿ ਸੰਤੋ ਸਾਗਰ ਪਾਰ, ਜਿਹੜਾ ਸਾਗਰ ਆ, ਜਿਹੜਾ ਕੱਲ ਦਾ ਸਮਾਂ ਆ। ਬੰਦਾ ਕਹਿੰਦਾ ਵੀ ਇਹ ਕੱਲ ਦਾ ਸਮਾਂ, ਕਲਹ ਕਲੇਸ਼, ਤੁਹਾਡੇ ਹੋਰ ਅੰਦਰ ਦੀ ਸ਼ਾਂਤੀ ਨੂੰ ਕੌਣ ਭੰਗ ਕਰਦਾ ਆ? ਤੁਸੀਂ ਕੁਝ ਹੋਰ ਚਾਹੁੰਦੇ ਹੋ, ਬਾਹਰ ਕੁਝ ਹੋਰ ਹੁੰਦਾ, ਕਲਹ ਕਲੇਸ਼ ਆਪੀ ਪੈਦਾ ਹੋ ਜਾਂਦਾ। ਦੈਟਸ ਇਟ। ਲੋੜ ਹੀ ਨਹੀਂ। ਬੰਦੇ ਕੋ ਕਹਿੰਦੇ ਤੂੰ ਪਾਠ ਕਿਉਂ ਨਹੀਂ ਕਰਦਾ? ਮੇਰਾ ਨਹੀਂ ਮਨ ਕਰਦਾ ਪਾਠ ਕਰਨ ਨੂੰ।
क्यों मेरे तो कोई गल ही नहीं मनता, परिवार च नहीं ठीक हो रहा, कारोबार च मेरे मुताबिक नहीं हो रहा, कल यही है, वट एवर आई वांट इट्स नॉट हैपनिंग। तो हकीकत है जे सपोज करो हैपन ही होने लग जाए जिवें मैं मंगदा या जिवें मैं चाहना वा, फिर इतनी वड्डी मैस बन जाएगी जिहदा कोई मुकाबला भी नहीं कर सकता। ये तो शुक्र करा भी जो मैं मंगदा आ, जो मैं चाह रहा हो नहीं रहा, अदरवाइज मेरी किन्नी कमाते आ मैनूं। तुसीं देखो माड़ी जी सिचुएशन सज्जे खब्बे होए तो बंदे की मंग तो कुछ होर दी होर हो जाती है। इत्थे तो मदर नेचर ने अपने हत्थ 'च कंट्रोल रखिया आ। ਅਸੀਂ ਤੇ ਉਹਨਾਂ ਗਿਵਨ ਸਰਕਮਸਟੈਂਸਸ ਦੇ ਵਿੱਚ ਜਸਟ ਉਹਦੇ ਵਿੱਚ ਇੱਕ ਜਿਹੜਾ ਹੈਗਾ ਆਪਣਾ ਰੋਲ ਅਦਾ ਪਲੇ ਕਰਦੇ ਹੈਗੇ ਆ। ਬਾਬਾ ਜੀ ਬਿਆਨ ਕਰਦੇ ਇਸ ਕਲਾ ਕਲੇਸ਼ ਦੀ ਦੁਨੀਆ ਦੇ ਵਿੱਚ, ਕੱਲ ਦੀ ਦੁਨੀਆ ਦੇ ਵਿੱਚ ਬੰਦਾ ਉਧਰ ਜਾਂਦਾ ਹੈ, ਤੁਹਾਨੂੰ ਫਿਰ ਸਮਝ ਆ ਜਾਂਦੀ ਹੈ ਘਟ ਘਟ ਨਾਨਕ ਮਾਂਝਾ ਹੈ ਨਾਨਕ, ਹਰ ਹਿਰਦੇ ਦੇ ਵਿੱਚ ਮਾਂਝਾ ਮਤਲਬ ਦਰਮਿਆਨ ਵਿੱਚ ਉਹ ਆਪ ਹੀ ਕਟਕ ਹੋ ਰਿਹਾ, ਉਹ ਆਪ ਹੀ ਬੋਲ ਰਿਹਾ, ਉਹ ਆਪ ਹੀ ਆਪ ਹੈ। ਇੱਥੇ ਜਾ ਕੇ ਬੰਦੇ ਦੀ ਸੁਰਤ ਜਿਹੜੀ ਹੈ ਉਸ ਜਿਹਨੂੰ ਮੈਂ ਕਿਹਾ ਸੀਗਾ ਕਿ ਜਿਹੜੀ ਯੂਨੀਵਰਸਲ ਬੀਇੰਗ ਆ ਉਹਦੇ ਵਿੱਚ ਚਲੀ ਜਾਂਦੀ ਹੈ। ਸਭ ਰਹਿਮਤ ਕਰਨ ਐਸੇ ਆਲਮੀ ਵਾਕਿਆ ਚੋਂ ਚੰਗੇਰੀ ਪ੍ਰੇਰਣਾ ਮਿਲੇ, ਅਸੀਂ ਗੁਰਮਤੀਏ ਹੋਈਏ, ਇਹ ਦਿਲੀ ਅਰਦਾਸ ਆ। ਨੋ ਡਾਊਟ ਕੋਵਿਡ-19 ਦੀ ਸਿਚੁਏਸ਼ਨ ਯੂਨੀਵਰਸਲ ਸਾਈਡ 'ਤੇ ਬਣੀ ਹੈ। ਅਸੀਂ ਸਾਰੇ ਇੱਥੇ ਓਨਟਾਰੀਓ ਵਿੱਚ ਵੀ ਇਹਦੇ ਨਾਲ ਲਗਾਤਾਰ ਡੀਲ ਕਰ ਰਹੇ ਹਾਂ। ਹੁਣ ਓਪਨਿੰਗ ਹੋ ਰਹੀ ਹੈ, ਪਰ ਫਿਰ ਬੇਨਤੀ ਇਹੀ ਹੈ ਜੋ जिस तरीके के मैजरमेंट्स लेने चाहिए ने, प्रिकॉशनस लेने चाहिए ने, उन्होंने ध्यान च रखो ताकि ये जी साड़ी लाइफ है पटड़ी ते दोबारा चंगी तरह आ सके। नाल ही मालक दे चरनां च अरदास करिए, मालक मनुखता नूं शफा बख्शी, देह रोगता बख्शी। इत्थे समाप्ति। वाहिगुरू जी का खालसा, वाहिगुरू जी की फतेह।